ਬਹਾਦਰ ਪਰਮ ਕਿਰਪਾਲਾ, ਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਥ ਪੁਲਾਂਗ ਜੈ ਹਮ ਤੇਰਾ, ਰੋਜਨ ਚਰਨ ਰਹਿਮਤ ਤੇਰਾ। ਪੰਥ ਪੁਲਾਂਗ ਜੈ ਹਮ ਤੇਰਾ, ਰੋਜਨ ਚਰਨ ਰਹਿਮਤ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਗਰੀਬ ਨਵਾਜ। ਸ਼ਬਦ ਗੁਰੂ, ਬਾਣੀ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਮਹਾਨ ਕਿਰਪਾ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਵਿੱਚ ਦਸ਼ਮੇਸ਼ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਦਿੱਲੀ ਤੋਂ ਚੱਲਦਿਆਂ ਹੋਇਆਂ ਮਥੁਰਾ ਪਹੁੰਚੇ ਔਰ ਮਥੁਰਾ ਸ਼ਹਿਰ ਨੂੰ ਵੇਖਦਿਆਂ ਹੋਇਆਂ ਫਿਰ ਮਹਾਰਾਜ ਸਾਹਿਬ ਜੀ ਨੇ ਆਪਣੇ ਖਾਲਸਾਈ ਫੌਜ ਦੇ ਸਮੇਤ ਆਗਰੇ ਨੂੰ ਜਾਣਾ ਕੀਤਾ ਔਰ ਆਗਰੇ ਨੂੰ ਜਾਂਦਿਆਂ ਹੋਇਆਂ ਵੱਖ-ਵੱਖ ਥਾਵਾਂ ਤੇ ਪੜਾਅ ਕਰਕੇ ਜਿਵੇਂ ਮਹਾਰਾਜ ਸਾਹਿਬ ਜੀ ਨੇ ਰਸਤੇ ਦੇ ਵਿੱਚ ਜੋ ਉਪਦੇਸ਼ ਦਿੱਤਾ, ਜੋ ਕੌਤਕ ਕੀਤਾ, ਜਿਵੇਂ ਜਲ ਛਕਿਆ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਚੁੱਕੇ ਹਾਂ। ਤਾਂ ਚਾਰਕ ਕੋ ਆਗਰਾ ਰਹਿ ਗਿਆ ਹੈ, ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪਹੁੰਚੇ ਹੋਏ ਹਨ। ਆਗਰੇ ਤੋਂ ਚਾਰਕ ਕੋ ਪਿਛਾਂਹ ਹਨ। ਇੱਥੋਂ ਤੀਕ ਆਪਾਂ ਲੜੀਵਾਰ ਗਾਥਾ ਸਰਵਣ ਕੀਤੀ ਹੈ। ਅੱਗੇ ਦਸ਼ਮੇਸ਼ ਪਾਤਸ਼ਾਹ ਪੰਥ ਦੇ ਵਾਲੀ ਸਤਿਗੁਰੂ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ
ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਥੁਰਾ ਤੋਂ ਚਲਦਿਆਂ ਚਲਦਿਆਂ ਸਤਿਗੁਰੂ ਜੀ ਬਹੁਤਾ ਰਸਤਾ ਲੰਘ ਕਰਕੇ ਅੱਗੇ ਗਏ ਹਨ। ਅੱਗੇ ਮਹਾਰਾਜ ਸਾਹਿਬ ਜੀ ਨੇ ਜਾਣਿਆ ਕਿ ਇੱਕ ਯੋਜਨ ਦਾ ਸਫ਼ਰ ਜਿਹੜਾ ਹੈ ਉਹ ਆਗਰੇ ਦਾ ਰਹਿ ਗਿਆ, ਭਾਵ 4 ਕੋਹਾਂ ਦਾ ਸਫ਼ਰ ਰਹਿ ਗਿਆ। 4 ਕੋਹਾਂ ਦਾ 1 ਯੋਜਨ ਹੁੰਦਾ ਹੈ, ਤਾਂ ਯੋਜਨ ਦਾ ਹੀ ਇੰਨਾ ਕੁ ਸਫ਼ਰ ਜਿਹੜਾ ਹੈ ਉਹ ਬਾਕੀ ਰਹਿੰਦਾ ਹੈ। ਇਸ ਤਰ੍ਹਾਂ ਆਗਰੇ ਤੋਂ 1 ਯੋਜਨ ਪਿਛਾਂਹ 4 ਕੋਹ ਪਿਛਾਂਹ ਮਹਾਰਾਜ ਸਾਹਿਬ ਜੀ ਨੇ ਸੋਹਣਾ ਥਾਂ ਵੇਖ ਕਰਕੇ ਤੇ ਡੇਰਾ ਕਰ ਲਿਆ ਹੈ। ਉੱਥੇ ਹੀ ਆਪਣੇ ਸਿੰਘਾਂ ਨੂੰ ਕਹਿ ਕਰਕੇ ਘੋੜਿਆਂ ਵਾਸਤੇ ਘਾਹ ਪੱਠਾ ਤੇ ਦਾਣਾ ਮੰਗਵਾ ਲਿਆ ਹੈ। ਸਿੰਘਾਂ ਨੇ ਜਾ ਕਰਕੇ ਘੋੜਿਆਂ ਦੇ ਵਾਸਤੇ ਘਾਹ ਦਾ ਪ੍ਰਬੰਧ ਕੀਤਾ, ਘਾਹ ਵੱਢ ਕੇ ਲਿਆਂਦਾ, ਫਿਰ ਘੋੜਿਆਂ ਵਾਸਤੇ ਦਾਣਾ ਲਿਆਂਦਾ ਹੈ। ਤੇ ਸੁਖ ਪੂਰਵਕ ਇੱਥੇ ਸਿੰਘਾਂ ਨੇ ਸੌਂ ਕਰਕੇ ਗੁਰੂ ਸਾਹਿਬ ਜੀ ਨੇ ਬਿਰਾਜਮਾਨ ਹੋ ਕਰਕੇ ਰਾਤ ਬਤੀਤ ਕੀਤੀ ਹੈ। ਸਤਿਗੁਰੂ ਜੀ ਆਗਰੇ ਸ਼ਹਿਰ ਤੋਂ 4 ਕੋਹ ਪਿਛਾਂਹੀਆਂ ਪੜਾ ਲਾਇਆ ਹੋਇਆ, ਉੱਥੇ ਹੀ ਮਹਾਰਾਜ ਸਾਹਿਬ ਜੀ ਨੇ ਰਾਤ ਪੜਾ ਕੀਤਾ, ਉੱਥੇ ਸੁਖ ਪੂਰਵਕ ਆਰਾਮ ਕੀਤਾ ਹੈ। ਪਰ ਆਗਰੇ ਸ਼ਹਿਰ ਦੇ ਵਿੱਚ ਇਹ ਖਬਰ ਪਹੁੰਚ ਗਈ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਗਰੇ ਦੇ ਨੇੜੇ ਹੀ ਆ ਗਏ ਹਨ। ਖਬਰ ਇਹ ਪਹੁੰਚੀ ਹੈ ਕਿ ਜੋ ਜਗਤ ਦੇ ਗੁਰੂ ਹਨ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵੇਖੋ ਇੱਥੇ ਪੰਕਤੀ ਆਈ ਆ, ਜਗਤ ਗੁਰੂ ਭਗਵਾਨ ਛਬੀਲਾ, ਜਿਨ੍ਹਾਂ ਦੀ ਵੱਡੀ ਛਬੀ ਹੈ, ਵੱਡੀ ਸੋਭਾ ਹੈ ਭਗਵਾਨ ਤੇ ਜਗਤ ਦੇ ਗੁਰੂ ਆ। ਕਿਉਂਕਿ ਗੁਰੂ ਸਾਹਿਬ ਜੀ ਸਾਰੇ ਸੰਸਾਰ ਦੇ ਸਾਂਝੇ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10 ਪਾਤਸ਼ਾਹੀਆਂ ਤੇ 10 ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸਾਰੇ ਜਗਤ ਦੇ ਆ, ਸਾਰੇ ਜਗਤ ਨੂੰ ਉਪਦੇਸ਼ ਦੇਣ ਵਾਲੇ, ਸਾਰੇ ਜਗਤ ਦੇ ਕਲਿਆਣ ਕਰਨ ਵਾਲੇ, ਸਾਰੇ ਜਗਤ ਦੇ ਸਾਂਝੇ। ਤਾਂ ਹੀ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕਹੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌਨਿਤ ਤੇਰਾ ਖੁੱਟ ਭੰਡਾਰਾ। ਹੈ ਸਾਰੇ ਜਗਤ ਦੇ ਸਾਂਝੇ ਆ, ਪਰ ਲਾਭ ਉਸੇ ਨੇ ਲੈਣਾ ਵਾ ਜਿਹਨੇ ਗੁਰੂ ਸਾਹਿਬ ਦਾ ਬਚਨ ਮੰਨਿਆ। ਭਲਾ ਉਸੇ ਦਾ ਹੋਣਾ ਵਾ, ਸਾਂਝੇ ਸਾਰਿਆਂ ਦੇ ਆ। ਜਿਹੜਾ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਤੇ ਚੱਲੇਗਾ, ਆਗਿਆ ਤੇ ਚੱਲੇਗਾ, ਗੁਰੂ ਕੇ ਹੁਕਮ ਵਿੱਚ ਤੁਰੇਗਾ, ਉਹਦੀ ਕਲਿਆਣ ਹੋਵੇਗੀ। ਜਿਸ ਨੇ ਗੁਰੂ ਸਾਹਿਬ ਜੀ ਦਾ ਭਾਵਨਾ ਨਾਲ ਦਰਸ਼ਨ ਕੀਤਾ, ਸੇਵਾ ਕੀਤੀ, ਸਿਮਰਨ ਕੀਤਾ, ਉਹਦਾ ਭਲਾ ਹੋ ਜਾਣਾ। ਪਰ ਹੈ ਤਾਂ ਸਾਰੀ ਸ੍ਰਿਸ਼ਟੀ ਦੇ ਸਾਂਝੇ। ਤਾਂ ਇਹ ਖਬਰ ਪਹੁੰਚੀ ਹੈ ਕਿ ਜਗਤ ਗੁਰੂ, ਸਾਰੇ ਜਗ ਦੇ ਗੁਰੂ ਜੋ ਭਗਵਾਨ ਤੇ ਵੱਡੀ ਸੋਭਾ ਵਾਲੇ ਹਨ, ਜੋ ਆਪਣੇ ਦਾਸਾਂ ਨੂੰ ਸੁੱਖ ਦੇਣ ਵਾਲੇ ਆ ਤੇ ਹਠੀਲਾ ਹੱਠ ਵਾਲੇ ਆ। ਹੱਠ ਵਾਲੇ ਆ ਵੀ ਵੱਡੇ ਹਠੀ ਤਪੀ ਆ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਤੇ ਕਿਰਪਾ ਕਰਦੇ ਹੋਏ ਐਸੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੁਣ ਇੱਥੇ ਆਗਰੇ ਦੇ ਨੇੜੇ ਚੱਲ ਕੇ ਆ ਗਏ ਹਨ। ਤੇ 4 ਕੋਹਾਂ ਦੀ ਦੂਰੀ ਤੇ ਇੱਥੋਂ ਆਗਰੇ ਤੋਂ ਮਹਾਰਾਜ ਸਾਹਿਬ ਜੀ ਨੇ ਆਪਣਾ ਪੜਾ ਕੀਤਾ ਹੋਇਆ।
ਪਿਛੇ ਯੋਜਨ ਆਇਆ ਸੀ, ਇੱਥੇ ਚਤਰਕੋਸ ਆ ਗਿਆ, 4 ਕੋਹ ਆ ਗਿਆ। ਭਾਵ 4 ਕੋਹਾਂ ਦਾ ਹੀ ਇੱਕ ਯੋਜਨ ਹੁੰਦਾ। 4 ਕੋਹਾਂ ਦੀ ਦੂਰੀ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਆਪਣਾ ਡੇਰਾ ਲਾਇਆ ਹੋਇਆ। ਇਹ ਖਬਰ ਜਿਹੜੀ ਆ ਆਗਰੇ ਸ਼ਹਿਰ ਦੇ ਵਿੱਚ ਪਹੁੰਚ ਗਈ ਤੇ ਜਿਹੜੇ ਲੋਕ, ਜਿਹੜੀਆਂ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੱਡੀ ਮਹਿਮਾ ਜਾਣਦੀਆਂ ਸਨ, ਜਦੋਂ ਉਹਨਾਂ ਨੇ ਇਹ ਖਬਰ ਸੁਣੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ, ਸੁਣ ਕੇ ਉਸੇ ਵੇਲੇ ਉਹਨਾਂ ਨੂੰ ਤੇ ਆਨੰਦ ਹੋ ਗਿਆ, ਆਨੰਦ ਦੇ ਸਹਿਤ ਹੋ ਗਏ। ਕਿਉਂਕਿ ਮਹਿਮਾ ਵਾਲੇ ਨੂੰ ਹੀ ਆਨੰਦ ਹੁੰਦਾ ਹੈ। ਜਿਹੜਾ ਮਹਿਮਾ ਜਾਣਦਾ ਹੈ ਉਸੇ ਨੂੰ ਖੁਸ਼ੀ ਹੋਵੇਗੀ, ਉਸੇ ਨੂੰ ਚਾਅ ਚੜ੍ਹੇਗਾ, ਉਸੇ ਨੂੰ ਆਨੰਦ ਹੋਵੇਗਾ। ਜਿਹੜਾ ਮਹਿਮਾ ਨਹੀਂ ਜਾਣਦਾ ਉਸ ਨੂੰ ਕੀ ਖੁਸ਼ੀ ਹੋਣੀ ਹੈ? ਜਿਹੜਾ ਜਾਣਦਾ ਹੀ ਨਹੀਂ ਹੈ, ਜਿਸ ਨੂੰ ਮਹਾਰਾਜ ਸਾਹਿਬ ਦੀ ਮਹਿਮਾ ਦਾ ਹੀ ਨਹੀਂ ਪਤਾ ਹੈ। ਇਸ ਕਰਕੇ ਜਿਨ੍ਹਾਂ ਨੇ ਮਹਿਮਾ ਜਾਣੀ ਹੈ ਨਾ, ਜਿਹੜੇ ਜਾਣਦੇ ਸੀ ਗੁਰੂ ਸਾਹਿਬ ਜੀ ਨੂੰ ਕਿ ਸਤਿਗੁਰੂ ਐਸੇ ਆ, ਨਿਰਭਉ ਆ, ਨਿਰਵੈਰ ਆ, ਬੜੀ ਬਹਾਦਰ ਹਨ, ਪਰਉਪਕਾਰੀ ਆ। ਮਹਾਰਾਜ ਸਾਹਿਬ ਜੀ ਜੀਵਾਂ ਨੂੰ ਕਲਿਆਣ ਦੇਣ ਵਾਲੇ, ਮੁਕਤੀ ਦੇਣ ਵਾਲੇ, ਨਾਮ ਦੀਆਂ ਦਾਤਾਂ ਦੇਣ ਵਾਲੇ, ਜੰਮਣ ਮਰਨ ਕੱਟਣ ਵਾਲੇ। ਬੇਅੰਤ ਮਹਿਮਾ ਸਤਿਗੁਰੂ ਜੀ ਦੀ। ਉਹ ਮਹਿਮਾ ਜਾਣਨ ਵਾਲੇ ਸਭ ਲੋਕਾਂ ਨੂੰ ਬਹੁਤ ਆਨੰਦ ਪ੍ਰਾਪਤ ਹੋਇਆ। ਤਾਂ ਅਜਾਇਬ ਅਲੌਕਿਕ ਤਰ੍ਹਾਂ ਦਾ ਉੱਥੇ ਬਾਗ ਸੀ, ਜਿਸ ਥਾਂ ਤੇ ਮਹਾਰਾਜ ਨੇ ਪੜਾ ਕੀਤਾ ਹੈ। ਉਤਰ ਕਰਕੇ ਤੇ ਉੱਥੇ ਵਿਸਰਾਮ ਕੀਤਾ ਹੈ। ਇਸ ਤਰ੍ਹਾਂ ਰਾਤ ਤਾਂ ਸਤਿਗੁਰੂ ਜੀ ਨੇ ਉਹ ਪੜਾਅ ਵਾਲੇ ਥਾਂ ਤੇ ਬਤੀਤ ਕੀਤੀ ਆ, ਬਾਗ ਦੇ ਵਿੱਚ ਰਾਤ ਬਤੀਤ ਕਰਕੇ ਤੇ ਫਿਰ ਮਹਾਰਾਜ ਸਾਹਿਬ ਜੀ ਦਿਨ ਚੜ੍ਹੇ ਤੋਂ ਤਿਆਰੀ ਕਰ ਲਈ ਆ। ਆਗਰੇ ਸ਼ਹਿਰ ਵਿੱਚ, ਜੋ ਆਗਰੇ ਸ਼ਹਿਰ ਵਿੱਚ ਘਰ ਹਨ ਮਹਾਰਾਜ ਸਾਹਿਬ ਗਰੀਬ ਨਵਾਜ ਸਾਹਿਬ ਜੀ, ਉੱਥੇ ਜਾਣ ਵਾਸਤੇ, ਭਾਵ ਉੱਥੇ ਬਹਾਦਰ ਸ਼ਾਹ ਨੂੰ ਮਿਲਣ ਵਾਸਤੇ ਇਹ ਤਿਆਰੀ ਕਰ ਲਈ ਹੈ। ਘੋੜੇ ਤੇ ਸਵਾਰ ਹੋ ਗਏ। ਅਗਲੇ ਦਿਨ ਜਦੋਂ ਦਿਨ ਚੜ੍ਹਿਆ ਹੈ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਗਰੇ ਵੱਲ ਨੂੰ ਚੱਲ ਪਏ। ਤੇ ਜਦੋਂ ਮਹਾਰਾਜ ਸਾਹਿਬ ਜੀ ਇਹ 4 ਕੋਹ ਦਾ ਸਫ਼ਰ ਜਿਹੜਾ ਰਹਿੰਦਾ ਸੀ ਨਾ, ਇਹ ਤੈਅ ਕਰਕੇ ਆਗਰੇ ਸ਼ਹਿਰ ਵੱਲ ਨੂੰ ਜਾ ਰਹੇ ਆ। ਤੇ ਆਗਰੇ ਸ਼ਹਿਰ ਦੇ ਨੇੜੇ ਮਹਾਰਾਜ ਸਾਹਿਬ ਜੀ ਨੇ ਫੇਰ ਇੱਕ ਵੱਡਾ ਬਾਗ ਵੇਖਿਆ ਹੈ। ਤੇ ਉਸ ਬਾਗ ਦੇ ਵਿੱਚ ਉਤਾਰਾ ਕੀਤਾ ਮਹਾਰਾਜ ਸਾਹਿਬ ਜੀ। ਪਹਿਲੀ ਰਾਤ ਜਿਹੜੀ ਉਹ 4 ਕੋਹ ਪਿੱਛੇ ਹੀ ਬਤੀਤ ਕੀਤੀ ਸੀ, ਉੱਥੇ ਵੀ ਬਾਗ ਹੀ ਸੀ। ਹੁਣ ਜਦੋਂ ਆਗਰੇ ਦੇ ਨੇੜੇ ਆ ਗਏ, ਇੱਥੇ ਫੇਰ ਬਾਗ ਸੋਹਣਾ ਵੇਖਿਆ। ਬਾਗ ਦੇ ਵਿੱਚ ਮਹਾਰਾਜ ਸਾਹਿਬ ਜੀ ਘੋੜੇ ਤੋਂ ਉਤਰੇ ਆ ਤੇ ਉਤਰ ਕਰਕੇ ਗਰੀਬ ਨਵਾਜ ਸਾਹਿਬ ਜੀ ਨੇ ਉੱਤਰ ਤੁਰੰਗਮ ਦੀਏ ਲਗਾਏ। ਉਤਰ ਕਰਕੇ ਤੇ ਸਤਿਗੁਰੂ ਜੀ ਨੇ ਕਹਿ ਦਿੱਤਾ ਵੀ ਸਾਰੇ ਇੱਥੇ ਆਪਣੇ ਘੋੜੇ ਬਾਗ ਵਿੱਚ ਲਾ ਦੇਵੋ। ਸਤਿਗੁਰੂ ਜੀ ਬਾਗ ਦੇ ਵਿੱਚ ਇੱਥੇ ਸਥਿਤ ਹੋਏ। ਗੁਰੂ ਕਾ ਖਾਲਸਾ ਵੀ ਤੇ ਕੁਝ ਆਰਾਮ ਪਾਇਆ ਹੈ। ਇੱਕ ਕਹਿੰਦੇ ਵੀ ਪਠਾਨ ਸੀ ਇੱਥੇ, ਇਸ ਬਾਗ ਦੇ ਵਿੱਚ, ਇੱਥੇ ਆਗਰੇ ਦੇ ਵਿੱਚ। ਉਸ ਪਠਾਨ ਦਾ ਨਾਮ ਸੀ ਖਾਨ ਖਾਨਾ। ਇਹ ਖਾਨ ਖਾਨਾ ਨਾਮ ਦਾ ਪਠਾਨ ਹੈ ਸੀ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਇੱਕ ਖਾਨ ਖਾਨਾ ਅਕਬਰ ਦਾ ਭਰਾ ਵੀ ਹੋਇਆ ਹੈ, ਪਰ ਇਹ ਉਹ ਨਹੀਂ ਹੈ, ਇਹ ਹੋਰ ਸੀ ਖਾਨ ਖਾਨਾ। ਤੋ ਇਹ ਜਿਹੜਾ ਖਾਨ ਖਾਨਾ ਪਠਾਨ ਹੈ ਸੀ, ਇਹ ਗੁਰੂ ਘਰ ਦੀ ਕੁਝ ਮਹਿਮਾ ਜਾਣਦਾ ਸੀ। ਖਾਨ ਖਾਨਾ ਨਾਮ ਦਾ ਪਠਾਨ। ਇਸ ਨੇ ਜਦੋਂ ਸੁਣਿਆ ਵੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਥੇ ਆਏ ਹਨ ਆਗਰੇ, ਇਸ ਪਠਾਨ ਦੇ ਜਿਹੜੇ ਨੇੜੇ ਰਹਿਣ ਵਾਲੇ ਸੀ ਨਾ ਹੋਰ ਲੋਕ,
ਆਪਣੇ ਨਾਲ ਦਿਆਂ ਨੂੰ, ਸੰਗੀਆਂ ਸਾਥੀਆਂ ਨੂੰ ਇਸ ਖਾਨਖਾਨੇ ਨੇ ਭੇਜਿਆ ਕਲਗੀਧਰ ਪਾਤਸ਼ਾਹ ਜੀ ਦੇ ਪਾਸ। ਉਹਨਾਂ ਨੇ ਆ ਕੇ ਪ੍ਰਭੂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਪਹੁੰਚੇ ਤੇ ਆ ਕੇ ਬੇਨਤੀ ਸੁਣਾਈ ਖਾਨਖਾਨੇ ਵੱਲੋਂ। ਕਹਿਣ ਲੱਗੇ ਕਿ ਮਹਾਰਾਜ, ਜੋ ਸਾਡਾ ਪਠਾਨ ਖਾਨਖਾਨਾ ਹੈ ਨਾ, ਉਹ ਹੱਥ ਜੋੜ ਕਰਕੇ ਆਪ ਜੀ ਅੱਗੇ ਬੇਨਤੀ ਕਰਦਾ ਹੈ, ਮਹਾਰਾਜ ਤੁਸੀਂ ਇੱਧਰ ਆਏ ਹੋ ਤੇ ਕਿਰਪਾ ਕਰਕੇ ਦਰਸ਼ਨ ਦਿਓ। ਮਹਾਰਾਜ ਆਪ ਜੀ ਦੀ ਸੇਵਾ ਕਰਨੀ ਚਾਹੁੰਦਾ ਹੈ ਖਾਨਖਾਨਾ ਪਠਾਨ। ਉਸ ਦੀ ਬੇਨਤੀ ਹੈ ਆਪ ਜੀ ਦੇ ਅੱਗੇ ਹੱਥ ਜੋੜ ਕੇ ਕਿ ਆਪ ਆਪਣੇ ਸਾਰੇ ਡੇਰੇ ਦੇ ਸਮੇਤ ਆਓ। ਆਪ ਜੀ ਦੇ ਸਾਰੇ ਡੇਰੇ ਦੇ ਸਮੇਤ ਆਪ ਜੀ ਨੂੰ ਮਹਾਰਾਜ ਸੱਦਾ ਭੇਜਿਆ ਕਿ ਆਪ ਆਪਣੇ ਸਾਰੇ ਸਿੰਘਾਂ ਦੇ ਸਮੇਤ ਆ ਕੇ ਦਰਸ਼ਨ ਦਿਓ ਜੀ। ਤੇ ਬੇਨਤੀ ਕੀਤੀ ਮਹਾਰਾਜ ਆਪ ਜੀ ਸਵਾਰ ਹੋ ਤੇ ਉੱਥੇ ਠਹਿਰਿਆਂ ਬਹੁਤਾ ਸੁੱਖ ਹੋਵੇਗਾ। ਮਹਾਰਾਜ ਉੱਥੇ ਆਪ ਜੀ ਚੱਲ ਕਰਕੇ ਘਣੇ ਆਰਾਮ ਕਰਨਾ ਕਰੋ। ਇਸ ਤੋਂ ਆਦਿਕ ਮਹਾਰਾਜ ਖਾਨਖਾਨੇ ਨੇ ਬੇਨਤੀਆਂ ਕੀਤੀਆਂ ਵੀ ਆਪ ਜੀ ਕਿਰਪਾ ਕਰਕੇ ਦਰਸ਼ਨ ਬਖਸ਼ੋ, ਸੇਵਾ ਦਾ ਮੌਕਾ ਬਖਸ਼ੋ। ਸੋਭਾ ਵਾਲੇ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਖਾਨਖਾਨੇ ਦੀ ਭੇਜੀ ਹੋਈ ਬੇਨਤੀ ਸੁਣ ਕਰਕੇ ਆਪਣੇ ਘੋੜੇ ਤੇ ਸਵਾਰ ਹੋ ਗਏ। ਸਾਰੇ ਸਿੰਘਾਂ ਨੂੰ ਨਾਲ ਲੈ ਲਿਆ ਤੇ ਸਾਰੇ ਗੁਰੂ ਕੇ ਸਿੰਘ ਸ਼ਸਤਰਾਂ ਨੂੰ ਧਾਰਨ ਵਾਲੇ, ਸ਼ਸਤਰਧਾਰੀ ਫੌਜਾਂ ਹਨ ਗੁਰੂ ਦੀਆਂ। ਅੱਗੇ ਕੀ ਵੇਖਿਆ ਹੈ ਕਿ ਬਹਾਦਰ ਸ਼ਾਹ ਬਾਦਸ਼ਾਹ ਦਾ ਬਹੁਤਾ ਲਸ਼ਕਰ ਹੈ, ਬਹੁਤੀਆਂ ਫੌਜਾਂ ਹਨ ਤੇ ਰਸਤੇ ਦੇ ਵਿੱਚ ਇੱਕ ਬਹੁਤ ਸੋਹਣਾ ਅਲੌਕਿਕ ਬਾਗ ਵੇਖਿਆ। ਉੱਥੇ ਡੇਰਾ ਹੈ ਇਹ ਬਾਦਸ਼ਾਹੀ ਫੌਜਾਂ ਦਾ ਤੇ ਉਸੇ ਬਾਗ ਦੇ ਵਿੱਚ ਫਿਰ ਸਤਿਗੁਰੂ ਜੀ ਆਪਣੇ ਸਿੰਘਾਂ ਸ਼ਸਤਰਧਾਰੀਆਂ ਦੇ ਸਮੇਤ ਜਾ ਕਰਕੇ ਪ੍ਰਵੇਸ਼ ਹੋ ਗਏ, ਬਾਗ ਵਿੱਚ ਚਲੇ ਗਏ। ਤੇ ਉਸੇ ਥਾਂ ਦੇ ਉੱਤੇ ਇਹ ਖਾਨਖਾਨਾ ਨਾਮ ਦਾ ਪਠਾਨ ਹੈ ਸੀ। ਤੇ ਜਿਸ ਵੇਲੇ ਆਪਣੇ ਕੰਨਾਂ ਦੇ ਵਿੱਚ ਸੁਣਿਆ ਹੈ ਨਾ ਖਾਨਖਾਨੇ ਨੇ ਕਿ ਸਤਿਗੁਰੂ ਜੀ ਨੇ ਬੇਨਤੀ ਪ੍ਰਵਾਨ ਕਰ ਲਈ ਹੈ ਤੇ ਮਹਾਰਾਜ ਸਾਹਿਬ ਜੀ ਆ ਗਏ ਹਨ ਦਰਸ਼ਨ ਦੇਣ ਵਾਸਤੇ। ਤੇ ਆਪਣੇ ਘਰ ਨੂੰ ਛੱਡ ਕਰਕੇ ਭਾਵ ਅਗਲਵਾਂਢੀ ਹੋ ਕੇ ਚੱਲ ਪਿਆ ਖਾਨਖਾਨਾ ਪਠਾਨ। ਮਹਾਰਾਜ ਸਾਹਿਬ ਜੀ ਦਾ ਸਤਿਕਾਰ ਕਰਨ ਵਾਸਤੇ, ਜੀਓ ਆਇਆਂ ਕਹਿਣ ਵਾਸਤੇ ਅੱਗੇ ਆ ਗਿਆ, ਪਹਿਲਾਂ ਹੀ ਚੱਲ ਕਰਕੇ ਛੇਤੀ ਨਾਲ। ਤੇ ਸਤਿਗੁਰੂ ਜੀ ਦੇ ਅੱਗੋਂ ਜਾ ਕਰਕੇ ਚਰਨਾਂ ਕਮਲਾਂ ਨੂੰ ਪਰਸਿਆ ਹੈ। ਮਹਾਰਾਜ ਸਾਹਿਬ ਜੀ ਦੇ ਚਰਨਾਂ ਉੱਤੇ ਸਿਰ ਰੱਖ ਕੇ ਮੱਥਾ ਟੇਕਿਆ ਪਠਾਨ ਨੇ, ਖਾਨਖਾਨੇ ਨੇ, ਤੇ ਬੇਨਤੀ ਕੀਤੀ ਦਸ਼ਮੇਸ਼ ਪਾਤਸ਼ਾਹ ਜੀ ਨੂੰ। ਬੇਨਤੀ ਇਹ ਕੀਤੀ ਕਿ ਮਹਾਰਾਜ ਬੜੀ ਕਿਰਪਾ ਕੀਤੀ ਆਪ ਜੀ ਨੇ, ਮੈਨੂੰ ਆਪਣੇ ਘਰ ਦਾ ਆਪਣਾ ਦਾਸ ਜਾਣ ਕਰਕੇ ਦਰਸ਼ਨ ਦਿੱਤੇ ਹਨ। ਮਹਾਰਾਜ ਆਪ ਜੀ ਨੇ ਕਿਰਪਾ ਧਾਰ ਕੇ, ਕਿਰਪਾ ਕਰਕੇ ਮੈਨੂੰ ਨਿਹਾਲ ਕਰ ਦਿੱਤਾ, ਕਿਰਤਾਰਥ ਕਰ ਦਿੱਤਾ ਹੈ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਆਪਣੇ ਹੱਥ ਦੇ ਨਾਲ ਇਹ ਖਾਨਖਾਨੇ ਪਠਾਨ ਨੂੰ ਥਾਪੀ ਦਿੱਤੀ। ਸਾਧ ਸੰਗਤ, ਮੌਜ ਦੇ ਮਾਲਕ ਗਰੀਬ ਨਵਾਜ ਸਾਹਿਬ ਤੇ ਖਾਨਖਾਨਾ ਪਠਾਨ ਵੀ ਕਿੰਨੇ ਭਾਗਾਂ ਵਾਲਾ। ਮਹਾਰਾਜ ਸਾਹਿਬ ਜੀ ਨੇ ਉਹਦੇ ਲੱਕ ਦੇ ਉੱਤੇ ਥਾਪੀ ਦਿੱਤੀ, ਕੰਡ ਦੇ ਉੱਤੇ, ਆਪਣੇ ਕਰ ਕਮਲਾਂ ਦੇ ਨਾਲ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਾਥ ਨਿਜ ਕਰਤੇ ਗੁਰ ਥਾਪੀ ਦਈ, ਆਪਣੇ ਹੱਥ ਦੀ ਥਾਪੀ ਦਿੱਤੀ ਹੈ, ਬਖਸ਼ਿਸ਼ ਕੀਤੀ ਹੈ। ਤੇ ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਖਾਨਖਾਨੇ ਪਠਾਨ ਦੇ ਉੱਤੇ ਬਹੁਤ ਖੁਸ਼ੀ ਕੀਤੀ ਆਪਣੀ।
इस खान खाने ने हथ जोड़ के फिर महाराज साहब जी अगे बेनती की। कहता महाराज मेरा शरीर बहुत पीड़ा निकलदियां शरीर के विच, बहुत रोग आ मेरे शरीर दे विच महाराज, बड़ी वड्डी ये बिरथा है, पीड़ा है मेरे शरीर दे विच। महाराज आप जी कृपा करो, आप जी की कृपा दे नाल ही मेरे शरीर का रोग दूर होवेगा। मेरे शरीर दीयां पीड़ा, ये बिरथा पीड़ा मेरे शरीर दी आप जी की कृपा दे नाल ही जानी है। महाराज मैं तो बड़े चिर दा चित ला के उडीकदा रहिंदा साहब जी कि कदों श्री गुरु गोबिंद सिंह महाराज साहब जी मैनू मिलणगे, कदों उन्हां दे दर्शन होणगे, कदों मैं दर्शन करांगा, कदों मैं नमस्कार करांगा, कदों मेरे ते कृपा करनगे। इस करके महाराज हुण आए हो तो कृपा कर दिओ। मैं तो बहुत चिर दा उडीकदा सा, उडीकदा ही रहिंदा सा कि गुरु गोबिंद सिंह महाराज साहब जी दे दर्शन होण, ते आप जी ने बहुत कृपा कीती है। इस दी बेनती सुन करके कलगीधर पातशाह जी ने आख्या कि हे खान खाना पठान, हुण ये जिहड़ी पीड़ा ना तेरे शरीर दे विच नहीं रवेगी, भाव हुण तेरा शरीर तंदुरुस्त हो जाएगा। ते गरीब नवाज कहन लगे भी साडे नाल जिहड़ा तेरा मिलाप होया है ना, ये हुण पीड़ा दा अंत हो गया है, बस इन्ना चिर ही हो गई जिन्ना चिर होनी सी पीड़, हुण पीड़ दा हुण रोग दा अंत हो गया। सतगुरु सारियां बीमारियां कट देंदे साध संगत जी। महाराज साहब जी शरीर दे रोग भी कट देंदे आ, मन दे रोग भी कट देंदे आ। वड्डे रोग सानू लगे आ जम्मण ते मरण दे, महाराज साहब ते जम्मण मरण दे रोग भी कट देंदे आ। छोटियां छोटियां बीमारियां तक ही आ गुरु साहब जी अगे। सो कहो टल गुर सेवी है, अहनिस सहज सुभाए, दर्शन परसिया गुरु कै जन्म मरण दुख जाए। गुरु जन्म मरण कटणगे, पर साडे वास्ते भी कुछ नियम है कि सिख भी रोज गुरु का दर्शन करता रहे, सहज सुभाव दर्शन करता रहे, सहज सुभाव सेवा करता रहे, सिमरन करता रहे। दर्शन करेगा तो रोग कटे जाने आ, जे दर्शन ही ना करे तो फिर महाराज ने आख्या दर्शन परसे है गुरु का जन्म मरण दुख जाए। तो गरीब नवाज साहब जी कहन लगे कि साडे नाल जिहड़ा तेरा मिलाप होया ना, ये हुण रोग दा अंत हो गया। जदों जीव गुरु परमेश्वर तो भुल जाता है ना, फिर इनू रोग लगदे। रोग जदों परमेश्वर भुल जाता है उस वेले इनू रोग लगने शुरू हो जाते। महाराज साहब जी ने आख्या अमृत बाणी विच एक बारी सब माई भाई ये पवित्र पंक्ति पढ़िए, नाले रसना पवित्र होवे, नाले धन श्री गुरु नानक देव साहब महाराज के चरनां च गुरु के दरबार विच साडी सारियां दी हाजरी लगे। परमेश्वर ते भुले आ, परमेश्वर ते भुले आ, व्यापन सबे रोग, व्यापन सबे रोग, व्यापन सबे रोग, व्यापन सबे रोग, परमेश्वर ते भुलिया, परमेश्वर ते भुलिया, व्यापन सबे रोग, व्यापन सबे रोग,
विमुख होए राम ते, विमुख होए राम ते। लगन जन्म विजोग, लगन जन्म विजोग, लगन जन्म महाराज कहते जदों परमेश्वर भुल जाता ना बंदे ने, फिर 1 2 4 रोग नहीं लगते, इनू सारे ही रोग लग जाते। जदों बेमुख हो जाता है परमेश्वर वालों, तो फिर कई जन्मां दे विच इहनूं पैना पैंदा, कई जन्म लैणे पैंदे, कई जन्मां दा रब नालों विछोड़ा पै जाता। लगन जन्म विजोग, खिन मह कौड़े होए गए जितड़े माया भोग। जिन्ने माया दे भोग भोगे ना, इन्हें मिठे जान जान के एक खिण विच ही कौड़े हो जाते, वो रोग देण दा कारण ही बन जाते। भोगं ता रोगं, ऐसी हालत हो जाती। तां गरीब नवाज साहब जी कहिंदे कि हे खान खाना, हुण तेरा रोग नहीं रवेगा, हम सो मिलन अंत यह है। साडे नाल तेरा मिलाप होया, हुण तेरे रोग दा अंत हो गया। सतगुरु सब तो वड्डे वैद आ साध संगत जी, सब तो वड्डे वैद। वैद हकीम डॉक्टर संसार विच कई दवाई देंदे आ। जदों सानू कोई रोग कोई ढिल मठ शरीर विच हुंदी, असीं डॉक्टरां कोले जाने आ, जाना पैंदा है, दवाई लैंदे। पर जिहड़ा रोग किसी वैद डॉक्टर हकीम तो ना ठीक होवे, वो फिर गुरु वैद ही ठीक करदे। इसे करके क्योंकि सतगुरु तो वो रोग कट देंदे आ जिहड़े रोगां बारे डॉक्टरां नूं पता ही कोई नहीं, वैदां नूं पता ही कोई नहीं। वैद आ गया तो बाबा जी की बांह फड़ लई। वैद हरदास ने धन गुरु नानक साहब महाराज जी की जदों मौज विच लम्मे पै रहिंदे सन, पराजे रहिंदे सन श्री ननकाना साहब की धरती ते, माता जी ने आख्या पिता जी नूं कि कोई वैद ही बुला लियाओ, अपना पुत्र श्री नानक किन्ने दिन हो गए लम्मा ही पिया रहिंदा। वो वैद हरदास नूं लै आंदा, उन्हें आके चेहरे तो चादर लाई ते महाराज की बांह फड़ी ते सतगुरु उठ के बैठ गए। ते महाराज साहब जी कहन लगे कि साडी बांह क्यों फड़ी है? वैद कहिंदा कि मैं नबज वेखदा हां, नबज वेख करके रोग लभदा हां भी रोग की है। ते सतगुरु जी ने फिर उस वेले आख्या, कहन लगे नहीं तुहानू रोग कोई नहीं लभना, वो रोग नहीं है सानू जिहड़ा तुसीं लभदे हो, ते जिहड़ा रोग है सानू वो तुहानू लभना नहीं, वो बाहर नहीं, वो कलेजे दे अंदर है, ते ओहदी दवाई तुहाडे कोले नहीं है। वैद बुलाया, वैद की पकड़ टंडोले बाह, भोला वैद ना जाने करक करेजे बाहे। ते महाराज साहब जी ने अगों वैद नूं दस दिते किन्ने रोग, भी रोग तां सारे संसार नूं चिंबड़े पे आ। फिर गरीब नवाज ने दसिया भी हरेक इंसान नूं एक जमांदरों ही रोग लगा पिया, जमांदरों ही। ते महाराज कहिंदे एक जन्म दा नहीं, कईयां जन्मां दा ही तुरिया आउंदा नाल। वो हौमे दा रोग महाराज कहिंदे हर एक नूं ही लगा। हौमे दा रोग वा ते हर एक नूं ही लगा। ते लाया परमेश्वर दे हुक्म नाल ही लगा। उंज खेड़ ते सारी हुक्म दी आ, लगा सारियां नूं ही आ। गुरबाणी च बचन आउंदा महाराज कहिंदे जिन रच रचिया पुरख विधाता नाले हौमै पाई। जिन्हें रचिया ना शरीर उन्हें नाल पा दिती विच ही। हुण जदों विच ही पा दिती इन्हें जाना किधर? सतगुरु कहिंदे हौमे दा रोग सारियां नूं लगा पिया। दूजा महाराज ने आख्या तृष्णा दा रोग सारियां नूं लगा पिया। ये दो रोग तां वड्डे आ साध संगत जी, वड्डे। एक हौमे दा रोग, एक तृष्णा दा रोग। बाकी निके निके रोग ते पता नहीं किन्ने की लगे पे आ।
ਵਿਕਾਰਾਂ ਦੇ ਰੋਗ ਆ, ਹੋਰ ਕਈ ਤਰ੍ਹਾਂ ਦਾ। ਇਹਨਾਂ ਦਾ ਟੱਬਰ ਬੜਾ ਤਗੜਾ ਵਾ, ਬੜਾ ਪਰਿਵਾਰ ਵੱਡਾ ਰੋਗਾਂ ਦਾ। ਤੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਰੋਗ ਤੋਂ ਬਿਨਾ ਮੇਰਾ ਸਤਿਗੁਰ ਵਾ। ਤੇ ਜਿਹੜਾ ਫਿਰ ਸਤਿਗੁਰੂ ਜੀ ਦੇ ਨਾਲ ਜੁੜ ਜਾਂਦਾ ਵਾ ਜੋਗੀ, ਉਹ ਸਤਿਗੁਰਾਂ ਨਾਲ ਜੁੜਨ ਵਾਲਾ, ਉਹਨੂੰ ਵੀ ਮਾਰੇ ਰੋਗ ਤੋਂ ਰਹਿਤ ਕਰ ਦਿੰਦੇ। ਇੱਕ ਹੁੰਦਾ ਰੋਗੀ, ਇੱਕ ਹੁੰਦਾ ਸੋਗੀ, ਤੇ ਇੱਕ ਜੋਗੀ, ਇੱਕ ਭੋਗੀ। ਜਿਹਨੂੰ ਰੋਗ ਲੱਗਾ ਉਹਨੂੰ ਆਪਾਂ ਕਹਿੰਦੇ ਆ ਇਹ ਰੋਗੀ ਆ, ਜਿਹਨੂੰ ਚਿੰਤਾ ਲੱਗੀ ਉਹਨੂੰ ਕਹਿੰਦੇ ਆ ਸੋਗੀ ਆ, ਤੇ ਜਿਹੜਾ ਭੋਗਾਂ ਨੂੰ ਭੋਗਦਾ ਉਹਨੂੰ ਕਹਿੰਦੇ ਆ ਭੋਗੀ ਆ, ਤੇ ਜਿਹੜਾ ਜੁੜਿਆ ਹੋਵੇ ਉਹਨੂੰ ਕਹਿੰਦੇ ਆ ਜੋਗੀ ਆ। ਕਿਸੇ ਭੇਖ ਦਾ ਨਾਂ ਜੋਗੀ ਨਹੀਂ, ਜੋਗ ਨਾਮ ਜੁੜਨ ਦਾ, ਤੇ ਜੋਗੀ ਨਾਮ ਜੁੜੇ ਹੋਏ ਦਾ। ਇੱਕ ਸਤਿਗੁਰੂ ਰੋਗ ਤੋਂ ਰਹਿਤਾ, ਤੇ ਇੱਕ ਸਤਿਗੁਰੂ ਜੀ ਦੇ ਨਾਲ ਜਿਹੜਾ ਜੁੜ ਜਾਂਦਾ ਹੈ, ਫਿਰ ਸਤਿਗੁਰੂ ਆਪਣੀ ਮਿਹਰ ਦੀ ਦ੍ਰਿਸ਼ਟੀ ਪਾ ਕੇ ਆਪਣੇ ਸਿੱਖ ਸੇਵਕ ਨੂੰ ਵੀ ਰੋਗ ਤੋਂ ਰਹਿਤ ਕਰ ਦਿੰਦੇ। ਇਸੇ ਕਰਕੇ ਬਾਣੀ ਚ ਆਖਿਆ, ਮਹਾਰਾਜ ਨਾਮ ਦੀ ਦਵਾਈ ਦਿੰਦੇ। ਰੋਗ ਹਜ਼ਾਰਾਂ ਵਾ, ਰੋਗਾਂ ਦੀ ਗਿਣਤੀ ਜਿੰਨੀ ਮਰਜ਼ੀ ਹੋ ਸਕਦੀ ਆ, ਪਰ ਦਵਾਈ ਇੱਕੋ ਹੀ ਦਿੰਦੇ ਆ ਮਹਾਰਾਜ ਸਾਹਿਬ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਮਹਾਰਾਜ ਕਹਿੰਦੇ ਕਲਿਆਣ ਪ੍ਰਾਪਤ ਹੋ ਜਾਵੇਗੀ, ਕਲਿਆਣ ਰੂਪ ਦੇ ਮੰਗਲ ਗਾਓ, ਉਹਦੇ ਗੁਣ ਗਾਓ, ਪ੍ਰਭੂ ਦੇ ਨਾਮ ਦੀ ਦਵਾਈ ਵਰਤੋ। ਉਹ ਰੋਗ ਤਾਂ ਬੰਦੇ ਦਾ ਤਾਂ ਹੀ ਹਟੇਗਾ ਜੇ ਦਵਾਈ ਖਾਵੇਗਾ। ਰੋਗੀ ਆਖੇ ਵੀ ਮੈਂ ਦਵਾਈ ਖਾਣੀ ਨਹੀਂ, ਤੇ ਰੋਗ ਕਿਵੇਂ ਦੂਰ ਹੋਵੇਗਾ? ਦਵਾਈ ਤੇ ਖਾਣੀ ਪੈਣੀ ਪਈ। ਰੋਗ ਵਾ ਤੇ ਦਵਾਈ ਖਾਣੀ ਪੈਣੀ। ਪਹਿਲੀ ਗੱਲ ਆ, ਬੰਦਾ ਆਪਣੇ ਆਪ ਨੂੰ ਰੋਗੀ ਮੰਨਣ ਵਾਸਤੇ ਹੀ ਤਿਆਰ ਨਹੀਂ। ਜੇ ਕੋਈ ਡਾਕਟਰ ਕੋਲੇ ਚਲੇ ਜਾਵੇ ਤੇ ਜਾ ਕੇ ਚਲੇ ਜਾਵੇ ਡਾਕਟਰ ਕੋਲੇ, ਤੇ ਉਹਨੂੰ ਆਖੇ ਵੀ ਨਹੀਂ ਰੋਗ ਹੈਗਾ ਹੀ ਨਹੀਂ ਮੈਨੂੰ ਕੋਈ, ਮੰਨੇ ਹੀ ਨਾ ਵੀ ਨਹੀਂ ਮੈਂ ਤਾਂ ਰੋਗੀ ਨਹੀਂ ਹਾਂ, ਫਿਰ ਡਾਕਟਰ ਕੋਲੇ ਆਇਆ ਹੀ ਕਾਹਦੇ ਵਾਸਤੇ? ਪਹਿਲਾਂ ਤੇ ਆਪਣੇ ਆਪ ਨੂੰ ਮੰਨਣਾ ਪੈਣਾ ਵੀ ਅਸੀਂ ਰੋਗੀ ਹਾਂ। ਤੇ ਰੋਗੀ ਹਰੇਕ ਇਨਸਾਨ ਵਾ। ਕਿਹਨੂੰ ਰੋਗ ਨਹੀਂ ਲੱਗਾ ਹਉਮੈ ਦਾ, ਕਿਹਨੂੰ ਰੋਗ ਨਹੀਂ ਲੱਗਾ ਤ੍ਰਿਸ਼ਨਾ ਦਾ, ਕਿਹਨੂੰ ਰੋਗ ਨਹੀਂ ਲੱਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ। ਪਹਿਲਾਂ ਤੇ ਆਪਣੇ ਆਪ ਨੂੰ ਰੋਗੀ ਮੰਨਣਾ ਪਵੇਗਾ, ਫਿਰ ਬੇਨਤੀ ਕਰਨੀ ਪੈਣੀ ਆ ਵੈਦ ਦੇ ਕੋਲੇ ਕਿ ਮਹਾਰਾਜ ਦਵਾਈ ਦਿਓ। ਫਿਰ ਸਤਿਗੁਰੂ ਵੈਦ ਨਾਮ ਦੀ ਦਵਾਈ ਦਿੰਦੇ ਆ। ਫਿਰ ਦਵਾਈ ਵੀ ਖਾਣੀ ਪੈਣੀ, ਪਰ ਦਵਾਈ ਨਾਲੋਂ ਪਰਹੇਜ਼ ਜ਼ਿਆਦਾ ਜ਼ਰੂਰੀ ਆ। ਦਵਾਈ ਵੀ ਖਾਣੀ ਪੈਣੀ ਤੇ ਪਰਹੇਜ਼ ਵੀ ਰੱਖਣਾ ਪੈਣਾ। ਹੁਣ ਡਾਕਟਰ ਦਵਾਈ ਦਿੰਦੇ ਆ, ਉਹਨਾਂ ਦਵਾਈ ਕੰਮ ਨਹੀਂ ਕਰਦੀ ਜਿੰਨਾ ਪਰਹੇਜ਼ ਹੀ ਇਲਾਜ ਕਰ ਦਿੰਦਾ, ਜਿੰਨਾ ਪੱਥ ਰੱਖਿਆ ਹੀ ਇਲਾਜ ਕਰ ਦਿੰਦਾ। ਉਹ ਕਹਿੰਦਾ ਤਲਿਆ ਨਾ ਖਾਵੀਂ। ਬਹੁਤੀਆਂ ਬਿਮਾਰੀਆਂ ਤਾਂ ਲੱਗੀਆਂ ਹੀ ਤਲੇ ਖਾਣ ਦੇ ਨਾਲ ਵਾ। ਉਹਨੇ ਕਿਹਾ ਤਲਿਆ ਨਾ ਖਾਵੀਂ, ਖੱਟਾ ਨਾ ਖਾਵੀਂ, ਮਿੱਠਾ ਨਾ ਖਾਵੀਂ, ਆਹ ਚੀਜ਼ਾਂ ਛੱਡ ਦੇ, ਨਾਲ ਦਵਾਈ ਵਰਤੀ ਜਾ। ਪਰਹੇਜ਼ ਵੀ ਰੱਖਣਾ ਪੈਣਾ। ਗੁਰੂ ਜੀ ਨੇ ਵੀ ਸਾਨੂੰ ਦਵਾਈ ਦਿੱਤੀ ਨਾਮ ਦੀ, ਤੇ ਪਰਹੇਜ਼ ਦੱਸਿਆ ਕੁਰੈਤਾਂ ਦਾ ਤਿਆਗ ਕਰ। ਵੀ ਨਾਮ ਵੀ ਜਾਪੇ ਦਵਾਈ, ਆ ਝੂਠ ਨਾ ਬੋਲਿਆ ਕਰ, ਨਿੰਦਿਆ ਨਾ ਕਰਿਆ ਕਰ, ਈਰਖਾ ਨਾ ਕਰਿਆ ਕਰ। ਆ ਬਜਰ ਕੁਰੈਤਾਂ ਵੱਡੇ ਪਾਪ ਵਾ। ਹੁੱਕਾ, ਹਜਾਮਤ, ਹਲਾਲੋ, ਹਰਾਮ, ਇਹ ਕੁਰੈਤਾਂ ਦਾ ਤਿਆਗ ਕਰ, ਤੇ ਫਿਰ ਇਹ ਦਵਾਈ ਅਸਰ ਕਰੇਗੀ। ਤੇ ਜੇ ਦਵਾਈ ਵੀ ਖਾਈ ਜਾਵੇ, ਪਰਹੇਜ਼ ਵੀ ਨਾ ਰੱਖੇ, ਫਿਰ ਥੋੜਾ ਦਵਾਈ ਨੇ ਅਸਰ ਕਰਨਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਸਤਿਗੁਰੂ ਭਾਈ ਸਭ ਤੋਂ ਵੱਡੇ ਵੈਦ ਆ। ਇਹ ਪਵਿੱਤਰ ਪੰਕਤੀਆਂ ਵੀ ਆਪਾਂ ਪੜ੍ਹ ਲਈਏ। ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ। ਵੈਦ ਮੇਰਾ ਵੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਹਰ ਹਰ ਨਾਮ ਔਖਦ ਮੁਖ ਦੇਵੈ, ਹਰ ਹਰ ਨਾਮ ਔਖਦ ਮੁਖ ਦੇਵੈ, ਹਰ ਹਰ ਨਾਮ ਔਖਦ ਮੁਖ ਦੇਵੈ। ਕਾਟੈ ਜਮ ਕੇ ਫੰਦਾ, ਮੇਰਾ ਵੈਦ ਗੁਰੂ ਗੋਵਿੰਦਾ।
ਗੋਵਿੰਦਾ, ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ। ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ। ਕਲਗੀਧਰ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ, ਖਾਨ ਖਾਨਾ ਹੁਣ ਸਾਡੇ ਮਿਲਾਪ ਕਰਕੇ ਤੇਰੇ ਇਹ ਰੋਗ ਦਾ ਅੰਤ ਹੋ ਗਿਆ ਹੈ। ਪਰ ਸਾਡਾ ਬਚਨ ਤੈਨੂੰ ਮੰਨਣਾ ਪਵੇਗਾ ਭਾਈ। ਨਿਤਾ ਪ੍ਰਤੀ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਇਆ ਕਰ। ਲੋੜਵੰਦ ਜਿਹੜੇ ਉਹਨਾਂ ਨੂੰ ਭੁੱਖਿਆਂ ਨੂੰ ਨਿਤਾ ਪ੍ਰਤੀ ਭੋਜਨ ਛਕਾਇਆ ਕਰ। ਤੇ ਛੁਪਾ ਕਰਕੇ ਇੱਕ ਸੋਨੇ ਦੀ ਮੋਹਰ ਵੀ ਵਿੱਚ ਦੇ ਦਿਆ ਕਰ, ਕਿਉਂਕਿ ਤਗੜਾ ਅਮੀਰ ਸੀ ਨਾ ਪਠਾਨ। ਸਤਿਗੁਰੂ ਕਹਿਣ ਲੱਗੇ ਨਾਲੇ ਲੰਗਰ ਛਕਾਇਆ ਕਰ, ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਹੋਇਆਂ, ਤੇ ਨਾਲੇ ਜਿਹਨੂੰ ਭੋਜਨ ਛਕਾਉਣਾ ਉਹਨੂੰ ਛੁਪਾ ਕਰਕੇ ਨਾਲ ਇੱਕ ਮੋਹਰ ਵੀ ਦੇ ਦਿਆ ਕਰੀ। ਇਸ ਕਰਕੇ ਸੰਸਾਰ ਦੇ ਵਿੱਚ ਬਹੁਤ ਤੂੰ ਪ੍ਰਗਟ ਵੀ ਹੋ ਜਾਵੇਂਗਾ ਤੇ ਤੇਰੀ ਇਸ ਤਰ੍ਹਾਂ ਮਹਾਨ ਕਹਾਣੀ ਵੀ ਸੰਸਾਰ ਵਿੱਚ ਗੱਲਬਾਤ ਵੀ ਚੱਲ ਪਵੇਗੀ। ਕਹਿੰਦੇ ਵੀ ਫਿਰ ਸਾਰੇ ਆਖਣਗੇ ਵੀ ਬਹੁਤ ਵੱਡਾ ਇਹ ਸਾਧੂ ਹੈ ਖਾਨ ਖਾਨਾ। ਸ਼ਾਬਾਸ਼ੇ ਸ਼ਾਬਾਸ਼ੇ, ਇਸ ਦੇ ਬਹੁਤ ਵੱਡਾ ਸਾਧੂ ਹੈ ਖਾਨ ਖਾਨਾ। ਤਾਂ ਫਿਰ ਇਸ ਤਰੀਕੇ ਦੇ ਨਾਲ ਸਭ ਕਹਿਣਗੇ ਕਿ ਇਹ ਤੇ ਕੱਲਾ ਖਾਣਾ ਹੀ ਨਹੀਂ ਦਿੰਦਾ, ਕੱਲਾ ਲੰਗਰ ਹੀ ਨਹੀਂ ਛਕਾਉਂਦਾ, ਰੋਟੀ ਨਹੀਂ ਖਵਾਉਂਦਾ, ਇਹ ਤਾਂ ਮੋਹਰ ਵੀ ਦਿੰਦਾ ਹੈ ਨਾਲ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇਹ ਗੁਰੂ ਸਾਹਿਬ ਜੀ ਦਾ ਬਚਨ ਨਾ ਹੁਣ ਤੀਕ ਪ੍ਰਗਟ ਹੈ, ਪ੍ਰਸਿੱਧ ਹੈ। ਕਿਉਂਕਿ ਜਿਹੜੇ ਪੁੰਨ ਆਤਮ ਹਨ, ਪੁੰਨ ਕਰਨ ਵਾਲੇ ਪੁੰਨੀ ਲੋਕ, ਉਹਨਾਂ ਦਾ ਜਸ ਰਹਿੰਦਾ ਹੈ। ਜਸ ਰਹੇ ਜਬ ਲਓ, ਜਦ ਤੱਕ ਪ੍ਰਿਥਵੀ ਤੇ ਰਹੇਗਾ ਵੀ ਇਹ ਪੁੰਨ ਆਤਮਾ ਦਾ ਹੀ ਜਸ, ਪੁੰਨ ਜਿਹੜੇ ਕਰਦੇ ਉਹਨਾਂ ਦਾ ਜਸ ਰਹਿੰਦਾ ਹੈ। ਇਸ ਤਰ੍ਹਾਂ ਜਿਹੜੀ ਆਪਣੀ ਪੀਰ ਮਿਟੀ ਪਿੱਖ, ਜਿਹੜੀ ਪੀੜ ਸੀ ਨਾ ਉਹ ਮਿਟ ਗਈ, ਉਹਨੂੰ ਵੇਖ ਕਰਕੇ ਤੇ ਆਪਣੀ ਕਲਿਆਣ ਵੇਖ ਕਰਕੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਹੁਤ ਵੱਡਾ ਆਦਰ ਕੀਤਾ, ਬਹੁਤ ਵੱਡਾ ਮਾਣ ਸਨਮਾਨ ਕੀਤਾ ਇਹ ਖਾਨ ਖਾਨੇ ਨੇ। ਕਿਉਂਕਿ ਇੱਕ ਤਾਂ ਇਹਦੀ ਪੀੜ ਮਿਟ ਗਈ ਹੈ ਜਿਹੜੀ ਸਰੀਰ 'ਚ ਹੁੰਦੀ ਸੀ, ਬਹੁਤ ਜ਼ਿਆਦਾ ਰੋਗ ਕੱਟਿਆ ਗਿਆ, ਤੇ ਦੂਸਰਾ ਮਹਾਰਾਜ ਸਾਹਿਬ ਜੀ ਨੇ ਇਹ ਸੇਵਾ ਬਖਸ਼ੀ ਹੈ, ਕਿਰਪਾ ਕੀਤੀ, ਆਪਣੀ ਕਲਿਆਣ ਹੋਈ ਵੇਖ ਕਰਕੇ। ਤੇ ਮਹਾਰਾਜ ਸਾਹਿਬ ਜੀ ਦਾ ਬਹੁਤ ਇਹਨੇ ਸ਼ਰਧਾ ਭਾਵਨਾ ਦੇ ਨਾਲ ਆਦਰ ਕੀਤਾ ਹੈ। ਸਤਿਗੁਰੂ ਜੀ ਨੂੰ ਬੇਨਤੀ ਕਰਕੇ ਉਤਾਰਾ ਕਰਵਾਇਆ ਤੇ ਬਹੁਤੀ ਸੇਵਾ ਕੀਤੀ ਹੈ, ਜਿਸ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਦੇਵ ਜੀ ਬਹੁਤ ਪ੍ਰਸੰਨ ਹੋਏ। ਤਿਸ ਤੇ ਵਿਦਾ ਹੋਏ ਥਲ ਔਰ, ਇਹਦੇ ਤੋਂ ਵਿਦਾ ਹੋ ਕਰਕੇ ਫਿਰ ਹੋਰ ਥਾਂ ਤੇ ਮਹਾਰਾਜ ਸਾਹਿਬ ਜੀ ਅੱਗੇ ਚੱਲੇ। ਇਸ ਤਰ੍ਹਾਂ ਖਾਨ ਖਾਨੇ ਨੂੰ ਨਿਹਾਲ ਕਰਕੇ ਫਿਰ ਇੱਥੋਂ ਚੱਲੇ, ਦੂਸਰੇ ਥਾਂ ਤੇ ਪੜਾ ਕੀਤਾ ਹੈ ਸੋਢੀ ਕੁਲ ਦੇ ਸਿਰ ਮੌਰ ਸਤਿਗੁਰੂ ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਹੁਣ ਦੂਸਰੇ ਥਾਂ ਤੇ ਜਿੱਥੇ ਪੜਾ ਕੀਤਾ ਉੱਥੇ ਲੰਗਰ ਪਾਣੀ ਤਿਆਰ ਕਰਨ ਵਾਸਤੇ ਸਭ ਰਸਤ ਬਸਤ ਗੁਰੂ ਕੇ ਸਿੰਘ ਲੈ ਕੇ ਆ ਗਏ, ਤੇ ਸਾਰੇ ਸਿੰਘਾਂ ਨੇ ਫਿਰ ਉੱਥੇ ਆਰਾਮ ਵੀ ਕੀਤਾ ਹੈ। ਕਹਿੰਦੇ ਕਿ ਬਹੁਤ ਵੱਡੀਆਂ ਵੱਡੀਆਂ ਘਟਾ ਆ ਗਈਆਂ, ਬੱਦਲ ਆ ਗਏ ਤੇ ਬਰਖਾ ਹੋਣ ਲੱਗ ਪਈ, ਮੀਂਹ ਪਿਆ ਹੈ। ਧਰਤੀ ਦੇ ਉੱਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ। ਜਾਣੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਥੇ ਆਉਣਾ ਜਾਣ ਕਰਕੇ ਇੰਦਰ ਦੇਵਤਾ ਕਹਿੰਦੇ ਜਲ ਛਿੜਕ ਰਿਹਾ ਵਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਾਣੋ ਇੱਥੇ ਆਉਣ ਦੀ ਖੁਸ਼ੀ ਦੇ ਵਿੱਚ ਇੰਦਰ ਦੇਵਤਾ ਵੀ ਖੁਸ਼ ਹੋ ਕੇ ਉਹਨੇ ਕਿਹਾ ਵੀ ਆਪਾਂ ਵੀ ਪਾਣੀ ਕਰਾਉਂਗ ਦੀਏ,
ਕੱਚਾ ਥਾਂ ਜਿਹੜਾ ਘਟਾ ਬਹਿ ਜਾਵੇ। ਕਹਿੰਦੇ ਵੀ ਕਵੀ ਜੀ ਆਪਣੇ ਵੱਲੋਂ ਮਹਿਮਾ ਕਰਦੇ ਵੀ ਇੰਦਰ ਦੇਵਤਾ ਉਹ ਜਲ ਦਾ ਛਿੜਕਾਅ ਕਰਦਾ ਹੈ, ਕਿਉਂਕਿ ਸਾਰੇ ਦੇਵਤੇ ਮਹਾਰਾਜ ਨੂੰ ਨਮਸਕਾਰਾਂ ਕਰਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਾ, ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੈ ਹੈ। ਸਭ ਦੇਵੀਆਂ ਸਭ ਦੇਵਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਨਮਸਕਾਰਾਂ ਵੀ ਕਰਦੇ ਆ ਤੇ ਸਤਿਗੁਰਾਂ ਦਾ ਜਸ ਵੀ ਗਾਉਂਦੇ, ਮਹਾਰਾਜ ਨੂੰ ਧਿਆਉਂਦੇ ਵੀ ਆ। ਜਿਵੇਂ ਭੱਟ ਸਾਹਿਬਾਨਾਂ ਨੇ ਆਖਿਆ, ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਤਾਂ ਮਹਾਰਾਜ ਸਾਹਿਬ ਜੀ ਦੇ ਸੇਵਾ ਦੇ ਵਿੱਚ ਸਾਰੇ ਹੀ ਹਾਜ਼ਰ ਹਨ। ਕਹਿੰਦੇ ਜਾਣੋ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਵਿੱਚ ਇੰਦਰ ਦੇਵਤੇ ਨੇ ਛਿੜਕਾਅ ਕੀਤਾ ਹੈ। ਇਸ ਤਰੀਕੇ ਦੇ ਨਾਲ ਜਦੋਂ ਕਹਿੰਦੇ ਵੀ ਰਾਤ ਗੁਜ਼ਰ ਗਈ ਹੈ ਤੇ ਦਿਨ ਚੜ੍ਹਿਆ, ਸਵੇਰਾ ਹੋਇਆ, ਫਿਰ ਬਾਗ ਦੇ ਵਿੱਚ ਜਿਹੜੇ ਸੋਹਣੇ ਸੋਹਣੇ ਦਰਖਤ ਲੱਗੇ ਹੋਏ ਸੀ ਨਾ, ਕਲਗੀਧਰ ਪਾਤਸ਼ਾਹ ਜੀ ਵੇਖਣ ਲੱਗ ਪਏ, ਬਾਗ ਨੂੰ ਵੇਖਣ ਲੱਗ ਪਏ। ਤਾਂ ਉਸੇ ਹੀ ਸੋਹਣੇ ਬਾਗ ਦੇ ਵਿੱਚ ਕਹਿੰਦੇ ਇੱਕ ਸਦਨ ਸੁਹਾਵਣਾ ਘਰ ਬਣਿਆ ਹੋਇਆ ਹੈ। ਤੇ ਵੇਖਿਆ ਜਾਣਿਆ ਕਿ ਇਹ ਪੜਾਅ ਕਰਨ ਵਾਸਤੇ ਬੜਾ ਸੋਹਣਾ ਥਾਂ ਬਣਿਆ ਹੋਇਆ ਹੈ। ਤੇ ਮਹਾਰਾਜ ਸਾਹਿਬ ਜੀ ਉਹ ਬਾਗ ਨੂੰ ਵੇਂਦਿਆਂ ਵੇਂਦਿਆਂ ਜਿਹੜਾ ਉੱਥੇ ਘਰ ਬਣਿਆ ਹੋਇਆ ਸੀ ਨਾ, ਬਾਗ ਦੇ ਵਿੱਚ ਹੀ ਬੜਾ ਸੋਹਣੀ ਵਲਗਣ ਜੀ ਬਣੀ ਹੋਈ ਹੈ, ਤਾਂ ਉੱਥੇ ਜਾ ਕਰਕੇ ਮਹਾਰਾਜ ਸਾਹਿਬ ਜੀ ਉਤਾਰਾ ਕੀਤਾ। ਜਿੰਨੇ ਗੁਰੂ ਕੇ ਸਿੰਘ ਮਹਾਰਾਜ ਦੇ ਨਾਲ ਹਨ ਉਸ ਮੌਕੇ ਤੇ ਮਹਾਰਾਜ ਸਾਹਿਬ ਜੀ ਨੇ ਸਾਰਿਆਂ ਨੂੰ ਆਗਿਆ ਦੇ ਦੇ ਕੇ ਨਾ, ਬਚਨ ਕਰ ਕਰਕੇ ਤੇ ਥਾਂ ਦੱਸੇ ਵੀ ਸਿੰਘਾ ਇੱਥੇ ਤੂੰ ਆਸਣ ਲਾ ਲਾ, ਇੱਥੇ ਤੂੰ ਲਾ ਲਾ, ਭਾਈ ਇਧਰਲੇ ਪਾਸੇ ਤੂੰ ਲਾ ਲਾ। ਸਾਰਿਆਂ ਨੂੰ ਗਰੀਬ ਨਵਾਜ ਸਾਹਿਬ ਜੀ ਨੇ ਥਾਂ ਦੱਸਿਆ ਵੀ ਇੱਥੇ ਇੱਥੇ ਸਿੰਘੋ ਆਸਣ ਲਾ ਲਓ, ਇੱਥੇ ਇੱਥੇ ਘੋੜੇ ਬੰਨ ਲਵੋ। ਹਾਂ, ਜਿੱਥੇ ਕਿਸੇ ਨੂੰ ਜੋਗ ਜਾਣਿਆ ਉੱਥੇ ਉੱਥੇ ਉਤਾਰਾ ਕਰਵਾ ਦਿੱਤਾ ਥਾਂ ਪਰ ਥਾਂ। ਤਾਂ ਗਰੀਬ ਨਵਾਜ ਸਾਹਿਬ ਜੀ ਮਹਾਨ ਸੋਹਣੇ ਥਾਂ ਦੇ ਉੱਤੇ ਫਿਰ ਉਸ ਵੇਲੇ ਬੈਠੇ ਹਨ ਤੇ ਸਾਰਾ ਖਾਲਸਾ ਵੀ ਉਤਰ ਪਿਆ, ਉਤਾਰਾ ਕਰ ਲਿਆ, ਪੜਾਅ ਕਰ ਲਿਆ ਸੁੱਖ ਦੇ ਸਹਿਤ। ਇਸ ਤਰ੍ਹਾਂ ਇੱਕ ਦੋ ਦਿਨ ਮਹਾਰਾਜ ਸਾਹਿਬ ਜੀ ਨੇ ਇਸ ਸੋਹਣੇ ਬਾਗ ਦੇ ਵਿੱਚ ਸੋਹਣੇ ਥਾਂ ਦੇ ਉੱਤੇ ਆਪਣਾ ਪੜਾਅ ਰੱਖਿਆ ਤੇ ਇਸ ਆਰਾਮ ਕੀਤਾ ਗੁਰੂ ਕੇ ਖਾਲਸੇ ਨੇ। ਜਿਨ੍ਹਾਂ ਨੂੰ ਪਤਾ ਲੱਗਦਾ ਵੀ ਇਸ ਬਾਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਉਤਰੇ ਆ, ਉਹ ਕਿੰਨੇ ਸ਼ਰਧਾ ਭਾਵਨਾ ਵਾਲੇ ਗੁਰੂ ਕੇ ਸਿੱਖ ਸੰਗਤਾਂ ਇਸ ਇਲਾਕੇ ਦੀਆਂ ਆ ਕੇ ਸੁੱਖਾਂ ਦੇ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦੇ। ਇਸ ਤਰ੍ਹਾਂ ਫਿਰ ਕਹਿੰਦੇ ਵੀ ਖਬਰ ਪਹੁੰਚ ਗਈ ਬਹਾਦਰ ਸ਼ਾਹ ਦੇ ਕੋਲੇ ਵੀ। ਬਹਾਦਰ ਸ਼ਾਹ ਬਾਦਸ਼ਾਹ ਨੂੰ ਵੀ ਪਤਾ ਲੱਗ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਆਗਰੇ ਆ ਚੁੱਕੇ ਤੇ ਸਤਿਗੁਰੂ ਜੀ ਨੇ ਬਾਗ ਦੇ ਵਿੱਚ ਪੜਾਅ ਲਾਇਆ ਹੋਇਆ ਹੈ। ਤਾਂ ਉਸੇ ਵੇਲੇ ਹੀ ਬਹੁਤ ਖੁਸ਼ ਹੋਇਆ ਇਹ ਖਬਰ ਸੁਣ ਕੇ ਬਹਾਦਰ ਸ਼ਾਹ, ਤੇ ਉਹਨੇ ਆਪਣੇ ਉਮਰਾਵ ਨੂੰ ਭੇਜਿਆ, ਅਹੁਦੇਦਾਰ ਵੱਡੇ ਵਜ਼ੀਰ ਨੂੰ ਉਮਰਾਵ ਨੂੰ ਭੇਜਣਾ ਕੀਤਾ, ਨਾਲ ਹੋਰ ਸਿਪਾਹੀ ਭੇਜੇ ਹਨ। ਉਹਨਾਂ ਨੇ ਆ ਕਰਕੇ ਭੇਟਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕੀਤੇ। ਮਹਾਰਾਜ ਜੀ ਦੇ ਚਰਨ ਪਰਸੇ ਦਸਵੇਂ ਪਾਤਸ਼ਾਹ ਦੇ, ਨਾਲੇ ਬੇਨਤੀ ਕੀਤੀ ਉਮਰਾਵ ਨੇ ਕਿ ਮਹਾਰਾਜ ਬਹਾਦਰ ਸ਼ਾਹ ਬਾਦਸ਼ਾਹ ਨੇ ਮੈਨੂੰ ਆਪ ਜੀ ਦੀ ਸੇਵਾ 'ਚ ਭੇਜਿਆ ਹੈ। ਮਹਾਰਾਜ ਜਦੋਂ ਬਹਾਦਰ ਸ਼ਾਹ ਬਾਦਸ਼ਾਹ ਨੇ ਆਪ ਜੀ ਦਾ ਇੱਥੇ ਆਉਣਾ ਸੁਣਿਆ ਹੈ, ਮਹਾਰਾਜ ਬਹਾਦਰ ਸ਼ਾਹ ਆਪ ਜੀ ਦੇ ਦਰਸ਼ਨਾਂ ਦੀ ਅਭਿਲਾਖਾ ਕਰਦਾ, ਇੱਛਾ ਕਰਦਾ ਹੈ। ਮਹਾਰਾਜ ਬਾਦਸ਼ਾਹ ਬਹੁਤ ਬੇਨਤੀ ਕਰਦਾ ਹੈ, ਆਪ ਕਿਰਪਾ ਕਰੋ ਤੇ ਬਾਦਸ਼ਾਹ ਦੇ ਨਾਲ ਮੇਲ ਕਰੋ। ਜਦੋਂ ਇਸ ਤਰ੍ਹਾਂ ਬਹਾਦਰ ਸ਼ਾਹ ਦੀ ਤਰਫੋਂ ਅਰਜ ਬੇਨਤੀ ਆਈ ਤੇ ਸਾਰੇ ਸਿੰਘਾਂ ਦੇ ਤਾਈ ਮਹਾਰਾਜ ਨੇ ਹੁਕਮ ਕਰ ਦਿੱਤਾ। ਮਹਾਰਾਜ ਕਹਿੰਦੇ ਖਾਲਸਾ ਜੀ
ਘੋੜਿਆਂ ਤੇ ਕਾਠੀਆਂ ਪਾਓ ਤੇ ਤਿਆਰਾ ਕਰੋ ਚੱਲਣ ਵਾਸਤੇ। ਮਹਾਰਾਜ ਸਾਹਿਬ ਜੀ ਦਾ ਉਸ ਵੇਲੇ ਬਚਨ ਸੁਣ ਕਰਕੇ ਗੁਰੂ ਕੇ ਸਿੰਘਾਂ ਨੇ ਸ਼ਸਤਰ ਸਜਾ ਲਏ, ਘੋੜਿਆਂ ਨੂੰ ਤਿਆਰ ਕੀਤਾ। ਘੋੜਿਆਂ ਤੇ ਤਿਆਰ ਹੋ ਕਰਕੇ ਮਹਾਰਾਜ ਦੇ ਪਾਸ ਸੇਵਾ 'ਚ ਹਾਜ਼ਰ ਹੋ ਗਏ। ਉਸ ਵੇਲੇ ਸ੍ਰੀ ਪ੍ਰਭੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਸੋਹਣੇ ਬਸਤਰ ਸਜਾਏ। ਮਹਾਰਾਜ ਨੇ ਸੋਹਣਾ ਚੋਲਾ ਕਹਿੰਦੇ ਆ ਜਾਮਾ ਸਜਾ ਲਿਆ ਹੈ ਤੇ ਸੋਹਣੇ ਮਹਾਰਾਜ ਸਾਹਿਬ ਜੀ ਨੇ ਗਹਿਣੇ ਵੀ ਪਹਿਨ ਲਏ। ਗਹਿਣਿਆਂ ਤੋਂ ਭਾਵ ਇਹ ਹੈ ਕਿ ਮਹਾਰਾਜ ਦੇ ਸ਼ਸਤਰ ਵੀ ਗਹਿਣੇ ਹੁੰਦੇ ਆ, ਕਿਉਂਕਿ ਸੂਰਮੇ ਦੇ ਗਹਿਣੇ ਉਹਦੇ ਸ਼ਸਤਰ ਹੀ ਹੁੰਦੇ ਆ, ਹਥਿਆਰ ਹੀ ਹੁੰਦੇ ਆ। ਤੇ ਨਾਲ ਮਹਾਰਾਜ ਸਾਹਿਬ ਜੀ ਜੋ ਸੰਗਤ ਵੱਲੋਂ ਹੀਰਿਆਂ ਮੋਤੀਆਂ ਦੀਆਂ ਮਾਲਾ ਭੇਟ ਕੀਤੀਆਂ ਜਾਂਦੀਆਂ ਸੀ, ਤਰ੍ਹਾਂ ਤਰ੍ਹਾਂ ਦੇ ਹੋਰ ਗਹਿਣੇ ਭੇਟ ਕੀਤੇ ਜਾਂਦੇ ਸੀ, ਉਹ ਵੀ ਮਹਾਰਾਜ ਸਾਹਿਬ ਜੀ ਸਜਾ ਲੈਂਦੇ ਸਨ। ਤਾਂ ਉਹ ਸੋਹਣੇ ਗਹਿਣੇ ਸਜਾ ਲਏ ਹਨ। ਉਹ ਕਿਹੜੇ ਗਹਿਣੇ ਆ? ਕਹਿੰਦੇ ਕਲਗੀ। ਮਹਾਰਾਜ ਸਾਹਿਬ ਜੀ ਦੀ ਸੋਹਣੀ ਦਸਤਾਰ ਦੇ ਉੱਤੇ ਜਿਗਾ ਦੇ ਵਿੱਚ ਕਲਗੀ ਲੱਗੀ ਹੋਈ ਆ, ਹੀਰਿਆਂ ਜੜੀ ਮੋਤੀਆਂ ਮੜੀ, ਤੇ ਉਹ ਕਲਗੀ ਜਿਹੜੀ ਝੂਲ ਰਹੀ ਹੈ ਮਸਤਕ ਦੇ ਉੱਪਰ। ਜਿਸ ਕਲਗੀ ਦੇ ਵਿੱਚ ਜਿਗਾ ਦੇ ਅੰਦਰ ਮੁਕਤਾ ਮੋਤੀ ਹੀਰੇ ਚਮਕ ਰਹੇ ਹਨ, ਕਲਗੀ ਦੇ ਨਾਲ ਕਲਗੀ ਝੁੱਲਦੀ ਆ ਤੇ ਹੀਰੇ ਮੋਤੀ ਚਮਕਾਂ ਦਮਕਾਂ ਮਾਰਦੇ ਹਨ। ਤੇ ਵੱਡਾ ਜੋ ਗਾਤਰੇ ਤੇਗਾ ਪਾਇਆ ਹੋਇਆ ਸੋਭਾ ਪਾਉਂਦਾ ਦਸਵੇਂ ਪਾਤਸ਼ਾਹ ਦੇ। ਤੇ ਮਹਾਰਾਜ ਸਾਹਿਬ ਜੀ ਨੇ ਤਿੱਖੇ ਤਿੱਖੇ ਸਰ ਕਹੀਏ ਤੀਰਾਂ ਦੇ ਨਾਲ ਭਰਿਆ ਹੋਇਆ ਭੱਥਾ ਉਹ ਮਹਾਰਾਜ ਸਾਹਿਬ ਨੇ ਮੋਢੇ ਤੇ ਪਾ ਕਰਕੇ ਤੇ ਉਹਨੂੰ ਲੱਕ ਦੇ ਨਾਲ ਕੱਸ ਲਿਆ। ਮੋਢੇ ਤੇ ਪਾ ਕਰਕੇ ਤੀਰਾਂ ਦਾ ਭਰਿਆ ਹੋਇਆ ਭੱਥਾ ਤੇ ਉਹ ਲੱਕ ਦੇ ਨਾਲ ਕੱਸ ਲੈਣਾ ਕੀਤਾ ਹੈ। ਤੇ ਉੱਪਰਲੇ ਪਾਸੇ ਫਿਰ ਇਸੇ ਤਰ੍ਹਾਂ ਦੁਕੂਲ ਨਾਮ ਦੁਪੱਟੇ ਦਾ ਹੈ, ਦੁਪੱਟੇ ਤੋਂ ਭਾਵ ਕਮਰ ਕੱਸੇ ਦਾ ਹੈ। ਮਹਾਰਾਜ ਸਾਹਿਬ ਜੀ ਨੇ ਲੱਕ ਦੇ ਨਾਲ ਕਮਰ ਕੱਸਾ ਵੀ ਕੱਸਿਆ ਹੋਇਆ ਹੈ। ਤੇ ਹੱਥ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਤੀਰ ਕਮਾਨ, ਉਹ ਕਮਾਨ ਧਨੁਖ ਸੋਭਾ ਪਾ ਰਿਹਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਸ਼ਸਤਰਾਂ ਬਸਤਰਾਂ ਦੇ ਨਾਲ ਸੋਭਨੀਕ ਹੋ ਕੇ ਆਪਣੇ ਘੋੜੇ ਤੇ ਸਵਾਰ ਹੋ ਗਏ ਤੇ ਛੇਤੀ ਦੇ ਨਾਲ ਚੱਲ ਪਏ। ਤੇ ਨਾਲ ਸ਼ਸਤਰਾਂ ਬਸਤਰਾਂ ਨਾਲ ਸਜਿਆ ਹੋਇਆ ਗੁਰੂ ਕਾ ਖਾਲਸਾ ਵੱਡੀ ਸੋਭਾ ਵਾਲਾ ਚੱਲ ਪਿਆ। ਹੁਣ ਸਤਿਗੁਰੂ ਜੀ ਜਾ ਰਹੇ ਆਗਰੇ ਸ਼ਹਿਰ ਦੇ ਵਿੱਚ, ਜਿਸ ਥਾਂ ਦੇ ਉੱਤੇ ਪਾਤਸ਼ਾਹੀ ਮੰਦਰ, ਬਾਦਸ਼ਾਹ ਦਾ ਜਿਸ ਥਾਂ ਦੇ ਉੱਤੇ ਮਹਿਲ ਸੀ, ਬਾਦਸ਼ਾਹ ਦੇ ਮੰਦਰ ਮਕਾਨ, ਉਧਰ ਨੂੰ ਚੱਲ ਪਏ ਗਰੀਬ ਨਵਾਜ। ਹਾਂ, ਜਿਹੜੇ ਗਨ ਸਮੂਹ ਸੁੰਦਰ ਉਹ ਮਹਿਲ ਬਣੇ ਹੋਏ ਆ ਤੇ ਉਹਨਾਂ ਮਹਿਲਾਂ ਦੇ ਅੰਦਰ ਬਹਾਦਰ ਸ਼ਾਹ ਬਾਦਸ਼ਾਹ ਬੈਠਾ ਹੋਇਆ ਹੈ। ਤੇ ਸਿੰਘਾਂ ਦੇ ਤਾਈ ਪਰਮੇਸ਼ਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸਾ ਹੁਕਮ ਕੀਤਾ। ਮਹਾਰਾਜ ਕਹਿਣ ਲੱਗੇ, ਸਿੰਘੋ ਤੁਸੀਂ ਇੱਥੇ ਬਾਹਰ ਖਲੋ ਜਾਓ ਤੇ ਘੋੜਿਆਂ ਤੇ ਸਵਾਰ ਹੀ ਰਹੋ, ਘੋੜਿਆਂ ਤੇ ਸਵਾਰ ਹੀ ਇੱਥੇ ਬਾਹਰ ਹੀ ਖਲੋਤੇ ਰਹੋ। ਹਾਂਜੀ ਹਾਂ, ਸਿਪਾਹੀ ਸਾਹਿਬ ਸਿੰਘ ਜੀ ਨੂੰ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਨਾਲ ਲੈ ਲਿਆ। ਬਾਕੀ ਸਿੰਘਾਂ ਨੂੰ ਆਖਿਆ ਵੀ ਤੁਸੀਂ ਇੱਥੇ ਹੀ ਤਿਆਰ ਬੁਰ ਤਿਆਰ ਪਹਿਰੇ ਤੇ ਖਲੋ ਜਾਓ। ਮਹਾਰਾਜ ਉਹਨਾਂ ਸੋਹਣੇ ਮਹਿਲਾਂ ਦੇ ਅੰਦਰ ਪ੍ਰਵੇਸ਼ ਕਰ ਗਏ ਭਾਈ ਸਾਹਿਬ ਸਿੰਘ ਜੀ ਦੇ ਨਾਲ। ਕੁਝ ਥੋੜੇ ਜਿਹੇ ਉਮਰਾਵਾਂ ਅਹੁਦੇਦਾਰਾਂ ਦੇ ਸਹਿਤ ਅੰਦਰ ਕਹਿੰਦੇ ਬਹਾਦਰ ਸ਼ਾਹ ਬੈਠਾ ਹੋਇਆ ਸੀ ਤੇ ਉਹਦੇ ਕੋਲੇ ਥੋੜੇ ਜਿਹੇ ਉਮਰਾਵ ਸੀ, ਅਹੁਦੇਦਾਰ ਸੀ, ਬਾਕੀ ਉਹਦੀਆਂ ਫੌਜਾਂ ਵੀ ਬਾਹਰ ਹੀ ਸੀ ਸਾਰੀਆਂ। ਮਹਾਰਾਜ ਸਿੰਘਾਂ ਨੂੰ ਬਾਹਰ ਖਿਲਾਰ ਕੇ ਤੇ ਭਾਈ ਸਾਹਿਬ ਸਿੰਘ ਜੀ ਨੂੰ ਨਾਲ ਲੈ ਕਰਕੇ ਗਰੀਬ ਨਵਾਜ ਸਾਹਿਬ ਜੀ ਅੰਦਰ ਚਲੇ ਗਏ। ਇਹ ਭਾਈ ਸਾਹਿਬ ਸਿੰਘ ਜੀ ਜੋ ਮਹਾਰਾਜ ਸਾਹਿਬ ਜੀ ਦੀ ਸੇਵਾ ਦੇ ਵਿੱਚ ਜਿਨ੍ਹਾਂ ਨੇ
ਇਸੇ ਤਰ੍ਹਾਂ ਰਹਿਤਨਾਮੇ ਵੀ ਲਿਖੇ ਹਨ, ਕਿਉਂਕਿ ਜੋ ਪੰਜਾਂ ਪਿਆਰਿਆਂ ਵਿੱਚੋਂ ਭਾਈ ਸਾਹਿਬ ਸਿੰਘ ਜੀ ਸਨ ਉਹ ਤਾਂ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਸਨ। ਇਹ ਹੋਰ ਸੀ ਮਹਾਰਾਜ ਸਾਹਿਬ ਜੀ ਦੇ ਸੇਵਾਦਾਰ, ਜੋ ਗਰੀਬ ਨਵਾਜ਼ ਸਾਹਿਬ ਜੀ ਦੀ ਸੇਵਾ ਨਾਲ ਹਜ਼ੂਰੀ ਵਿੱਚ ਨਿਭਾਇਆ ਕਰਦੇ। ਭਾਈ ਸਾਹਿਬ ਸਿੰਘ ਜੀ ਜੋ ਲਿਖਾਰੀ ਕਰਕੇ ਜਾਣੇ ਜਾਂਦੇ ਹਨ, ਰਹਿਤਨਾਮੇ ਵੀ ਇਹਨਾਂ ਨੇ ਲਿਖੇ ਹਨ, ਮਹਾਰਾਜ ਸਾਹਿਬ ਜੀ ਦੇ ਬਚਨ ਲਿਖਿਆ ਕਰਦੇ। ਤੋ ਇਸ ਪ੍ਰਕਾਰ ਇਹ ਭਾਈ ਸਾਹਿਬ ਸਿੰਘ ਜੀ ਮਹਾਰਾਜ ਸਾਹਿਬ ਜੀ ਦੇ ਨਾਲ ਉੱਥੇ ਪਹੁੰਚੇ ਹੈ, ਜਿੱਥੇ ਥੋੜ੍ਹੇ ਜਿਹੇ ਅਹੁਦੇਦਾਰਾਂ ਦੇ ਸਹਿਤ ਬਹਾਦਰ ਸ਼ਾਹ ਬੈਠਾ ਹੈ। ਸੂਰਜ ਸਮ ਸਤਿਗੁਰ ਕੋ ਦੇਖਾ, ਜਦੋਂ ਬਹਾਦਰ ਸ਼ਾਹ ਦੇ ਸਾਹਮਣੇ ਪਹੁੰਚੇ ਨਾ ਕਲਗੀਧਰ ਪਾਤਸ਼ਾਹ, ਤੇ ਸੂਰਜ ਦੇ ਬਰਾਬਰ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤਾਪ ਵੇਖਿਆ। ਸੂਰਜ ਦੀ ਚਮਕ ਦਮਕ ਵਾਂਗੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਦਰਸ਼ਨ ਵੇਖਿਆ। ਤੇ ਕਹਿੰਦੇ ਵੀ ਗੁਰੂ ਜੀ ਦਾ ਦਰਸ਼ਨ ਕਰਕੇ ਜਾਣੋ ਕਿ ਬਹਾਦਰ ਸ਼ਾਹ ਦੇ ਜਿਹੜੇ ਨੇਤਰ ਵਾ ਨਾ ਉਹ ਕਮਲ ਫੁੱਲ ਦੀ ਤਰ੍ਹਾਂ ਖਿੜ ਗਏ। ਆਪਣੇ ਸਿੰਘਾਸਣ ਤੋਂ ਉੱਠ ਕੇ ਥੱਲੇ ਆ ਗਿਆ, ਅੱਗੇ ਆ ਗਿਆ, ਮਹਾਰਾਜ ਸਾਹਿਬ ਜੀ ਦੇ ਪਾਸ ਆ ਗਿਆ ਬਹਾਦਰ ਸ਼ਾਹ। ਦੋਵੇਂ ਹੱਥਾਂ ਨੂੰ ਮਹਾਰਾਜ ਸਾਹਿਬ ਜੀ ਦੇ ਦੋਵਾਂ ਚਰਨਾਂ ਉੱਤੇ ਲਾ ਕੇ ਨਮਸਕਾਰ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਚਰਨ ਸਪਰਸ਼ ਕੀਤੇ ਬਹਾਦਰ ਸ਼ਾਹ ਬਾਦਸ਼ਾਹ ਨੇ। ਤੇ ਸ੍ਰੀ ਪ੍ਰਭੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹਾਦਰ ਸ਼ਾਹ ਦੀ ਤਰਫ ਕਿਰਪਾ ਦ੍ਰਿਸ਼ਟੀ ਕਰਕੇ ਵੇਖਿਆ। ਤੇ ਬਹਾਦਰ ਸ਼ਾਹ ਦੀ ਭਾਵਨਾ ਵੇਖ ਕਰਕੇ ਉਸ ਮੌਕੇ ਤੇ ਜਦੋਂ ਉਹਨੇ ਚਰਨ ਸਪਰਸ਼ ਕੀਤੇ ਤੇ ਮਹਾਰਾਜ ਸਾਹਿਬ ਜੀ ਨੇ ਫਿਰ ਗਰੀਬ ਨਵਾਜ਼ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਹੋਏ ਥਾਪੀ ਦਿੱਤੀ ਹੈ ਬਹਾਦਰ ਸ਼ਾਹ ਦੀ ਕੰਡ ਤੇ। ਮਾਰੇ ਕਹਿਣ ਲੱਗੇ ਬਹਾਦਰ ਸ਼ਾਹ ਇਹ ਵੱਡੀ ਬਾਦਸ਼ਾਹੀ ਸੁੱਖ ਦੇ ਨਾਲ ਭੋਗ। ਮਾਰੇ ਕਹਿੰਦੇ ਪਹਿਲਾਂ ਤੇ ਨਾਸ ਹੋ ਗਈ ਸੀ ਬਾਦਸ਼ਾਹੀ, ਪਰ ਤੇਰੇ ਬੇਨਤੀ ਕਰਨ ਤੋਂ ਤੈਨੂੰ ਦੇ ਦਿੱਤੀ ਹੈ। ਹੁਣ ਤੂੰ ਉਹਨਾਂ ਚਿਹਰੇ ਬਾਦਸ਼ਾਹੀ ਭੋਗੇਗਾ ਜਿੰਨਾ ਚਿਰ ਤੇਰੇ ਸਰੀਰ ਦੀ ਆਰਬਲ ਹੈ, ਤੇਰੇ ਸਰੀਰ ਦੀ ਉਮਰ ਹੈ। ਹਾਂ, ਤੇਰੇ ਮਨ ਦੀ ਇਹ ਬਾਂਛਾ ਸੀ ਤੇ ਆਪਣੇ ਮਨ ਦੀ ਇੱਛਾ ਤੂੰ ਆਨੰਦ ਦੇ ਸਹਿਤ ਪੂਰੀ ਕਰ, ਭਾਵ ਬਾਦਸ਼ਾਹੀ ਕਰ। ਤਾਂ ਉਸ ਮੌਕੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸੇਵਾ ਦੇ ਵਿੱਚ ਚੰਦਨ ਦੀ ਚੌਂਕੀ ਡਾਈ ਹੈ ਬਹਾਦਰ ਸ਼ਾਹ ਨੇ, ਤੇ ਉਹਦੇ ਉੱਤੇ ਸੁਜਨ, ਉਹਦੇ ਉੱਤੇ ਇੱਕ ਬੜਾ ਸੋਹਣਾ ਕੱਢਿਆ ਹੋਇਆ ਕੱਪੜਾ ਜਿਹਦੇ ਉੱਤੇ ਸੂਈ ਦੇ ਨਾਲ ਬੂਟੇ ਪਾਏ ਹੋਏ ਹਨ, ਕਢਾਈ ਕੀਤੀ ਹੈ। ਪਿਛਲੇ ਸਮੇਂ 'ਚ ਜਿਵੇਂ ਮਾਈਆਂ ਕਢਾਈ ਕਰਦੀਆਂ ਸਨ, ਹੁਣ ਵੀ ਕੀਤੀ ਜਾਂਦੀ ਹੈ। ਤਾਂ ਉਹ ਕੱਢਿਆ ਹੋਇਆ ਕੱਪੜਾ ਜਿਹੜਾ ਹੈ ਉਹ ਉੱਤੇ ਪਾਇਆ ਹੈ ਉਸ ਚੌਂਕੀ ਤੇ, ਚੰਦਨ ਦੀ ਚੌਂਕੀ ਤੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਤੇ ਬੈਠੋ ਜੀ। ਸਤਿਗੁਰੂ ਜੀ ਨੂੰ ਬੇਨਤੀ ਕਰਕੇ ਉਹਦੇ ਉੱਤੇ ਬਿਠਾਇਆ ਹੈ। ਫਿਰ ਹੱਥ ਜੋੜ ਕਰਕੇ ਬਹਾਦਰ ਸ਼ਾਹ ਨੇ ਬਹੁਤੀਆਂ ਬੇਨਤੀਆਂ ਕੀਤੀਆਂ। ਮਹਾਰਾਜ ਆਪ ਜੀ ਦੀ ਸਹਾਇਤਾ ਹੀ ਮੈਂ ਜਾਣੀ ਹੈ, ਤੁਸੀਂ ਮੇਰੀ ਸਹਾਇਤਾ ਕੀਤੀ ਤਾਂ ਹੀ ਮੈਨੂੰ ਰਾਜ ਭਾਗ ਮਿਲਿਆ ਹੈ। ਮਹਾਰਾਜ ਜੰਗ ਦੇ ਮੈਦਾਨ ਵਿੱਚ ਚੰਬਲ ਨਦੀ ਦੇ ਘਾਟ ਤੇ ਆਪ ਜੀ ਨੇ ਦਰਸ਼ਨ ਦੇ ਕਰਕੇ ਤੇ ਮੇਰੇ ਦੁਸ਼ਮਣ ਨੂੰ ਮਾਰ ਦਿੱਤਾ ਤੇ ਮੈਨੂੰ ਇਹ ਵੱਡੀ ਬਾਦਸ਼ਾਹੀ ਦੇ ਦਿੱਤੀ ਆਪ ਜੀ ਨੇ। ਮਹਾਰਾਜ ਪਾਤਸ਼ਾਹ ਦੇ ਘਰ ਦੇ ਜਿੰਨੇ ਵੀ ਸਾਰੇ ਹਨ, ਜਿਸ ਵੇਲੇ ਮਾਰੇ ਆਪ ਜੀ ਨੇ ਤਾਰਾ ਆਜਮ ਨੂੰ ਮਾਰਿਆ ਸੀ ਨਾ, ਇਹ ਬਾਦਸ਼ਾਹ ਦੇ ਘਰ ਦੇ ਜਿੰਨੇ ਵੱਡੇ ਵੱਡੇ ਤੀਰਅੰਦਾਜ਼ ਸੀ ਉਹ ਸੁਣ ਸੁਣ ਕੇ ਸਾਰੇ ਆ ਗਏ ਮੇਰੇ ਕੋਲੇ। ਮਹਾਰਾਜ ਪਰਸਪਰ ਜਿੱਦਣ ਲੱਗ ਪਏ ਤੇ ਮੇਰੇ ਤਾਂ ਹੀ ਕਹਿਣ ਲੱਗ ਪਏ, ਇੱਕ ਕਹਿੰਦਾ ਮੈਂ ਤੀਰ ਮਾਰੇ ਆ, ਦੂਜਾ ਤੀਰਅੰਦਾਜ਼ ਕਹਿੰਦਾ ਸੀ ਨਹੀਂ ਮੈਂ ਤੀਰ ਮਾਰਿਆ ਤਾਰਾ ਆਜਮ ਨੂੰ। ਮਹਾਰਾਜ ਜਿੱਦਦੇ ਸੀ ਮੇਰੇ ਨਾਲ, ਸਾਰੇ ਕਹਿੰਦੇ ਸੀ ਵੀ ਮੈਂ ਮਾਰਿਆ ਤਾਰਾ ਆਜਮ ਨੂੰ, ਦੂਜਾ ਕਹਿੰਦਾ ਸੀ ਮੈਂ, ਤੀਜਾ ਕਹਿੰਦਾ ਸੀ ਮੈਂ ਮਾਰਿਆ ਹੈ। ਪਰ ਮੈਨੂੰ ਨਿਸ਼ਚਾ ਨਹੀਂ ਕਿਸੇ ਦੇ ਉੱਤੇ ਹੋਇਆ। ਮੈਂ ਸਾਰਿਆਂ ਦੇ ਭੱਥਿਆਂ ਦੇ ਤੀਰ ਵੇਖੇ ਸੀ ਵੀ ਵਿਖਾਓ ਇਹਨਾਂ ਤੀਰਾਂ ਨਾਲ ਤੁਹਾਡੇ ਤੀਰ ਰਲਦੇ ਆ, ਪਰ ਮਹਾਰਾਜ ਕਿਸੇ ਦਾ ਤੀਰ ਨਹੀਂ ਸੀ ਰਲਿਆ।
ਕਿਸੇ ਦਾ ਤੀਰ ਜਿਹੜਾ ਸੀ ਉਹ ਨਹੀਂ ਸੀ ਰਲਿਆ ਨਾਲ। ਤੇ ਮਹਾਰਾਜ ਇਹ ਤੀਰਾਂ ਦੀ ਬਰਾਬਰਤਾ ਹੀ ਨਹੀਂ ਪਾਈ ਕਿਸੇ ਦੇ ਤੀਰਾਂ ਨੇ। ਉਹ ਸਾਰੇ ਜਿਹੜੇ ਬਾਦਸ਼ਾਹੀ ਤੀਰ ਅੰਦਾਜ਼ ਸੀ ਨਾ, ਸਾਰੇ ਝੂਠੇ ਹੋ ਕੇ ਪਿਛਾਂਹ ਹਟ ਗਏ ਵੀ ਤੁਹਾਡੇ ਤੀਰ ਨਹੀਂ ਇਹ ਹਨ। ਮਹਾਰਾਜ ਉਹ ਹੁਣ ਤੱਕ ਦੋਵੇਂ ਤੀਰ ਮੈਂ ਸੰਭਾਲ ਕੇ ਰੱਖੇ ਆਪ ਜੀ ਦੇ ਚਲਾਏ ਹੋਏ। ਤੇ ਹੁਣ ਮਹਾਰਾਜ ਮੈਂ ਇਹਨਾਂ ਉਮਰਾਵਾਂ ਦੇ ਸਾਹਮਣੇ ਆਪ ਜੀ ਦੇ ਤੀਰਾਂ ਨਾਲ ਮੇਲਣਾ ਚਾਹੁੰਦਾ ਹਾਂ, ਮੈਨੂੰ ਆਪਣੇ ਭੱਥੇ ਚੋਂ ਤੀਰ ਕੱਢ ਕੇ ਵਿਖਾਓ ਜੀ। ਇਸ ਤਰ੍ਹਾਂ ਕਹਿ ਕੇ ਤੇ ਉਹ ਜਿਹੜੇ ਦੋਵੇਂ ਤੀਰ ਇਹਨੇ ਸਾਂਭ ਕੇ ਰੱਖੇ ਸੀ ਨਾ, ਜਿਹੜੇ ਮਹਾਰਾਜ ਨੇ ਦੋਵੇਂ ਇਕੱਠੇ ਤਾਰਾ ਆਜਮ ਦੇ ਮੱਥੇ 'ਚ ਮਾਰੇ ਸੀ, ਉਹ ਸਾਂਭ ਕੇ ਰੱਖੇ ਸੀ ਤੇ ਆਪਣੇ ਅਹੁਦੇਦਾਰਾਂ ਨੂੰ ਕਹਿ ਕੇ ਤੇ ਮੰਗਵਾਏ ਆਪਣੇ ਤੋਸ਼ੇਖਾਨੇ ਵਿੱਚੋਂ ਦੋਵੇਂ ਤੀਰ। ਮਹਾਰਾਜ ਨੂੰ ਬੇਨਤੀ ਕਰਕੇ ਤੇ ਗਰੀਬ ਨਵਾਜ ਸਾਹਿਬ ਜੀ ਨੂੰ ਆਖਿਆ, ਮਹਾਰਾਜ ਆਪਣੇ ਭੱਥੇ ਚੋਂ ਵੀ ਤੀਰ ਕੱਢ ਕੇ ਦਿਓ, ਨਾਲ ਮੇਲ ਕੇ ਵੇਖੀਏ। ਮਹਾਰਾਜ ਨੇ ਆਪਣੇ ਭੱਥੇ ਚੋਂ ਤੀਰ ਕੱਢ ਕੇ ਦਿੱਤੇ। ਉਹ ਅਮਰਾਵ ਉਹ ਵੀ ਤੀਰ ਲੈ ਕੇ, ਵੀ ਬਹਾਦਰ ਸ਼ਾਹ ਆਪ ਵੀ ਵੇਖਦਾ, ਐ ਇੱਕੋ ਜਿਹੇ ਤੀਰ। ਉਹਨਾਂ ਨੂੰ ਵੀ ਸਵਾ ਸਵਾ ਤੋਲਾ ਸੋਨਾ ਲੱਗਾ ਹੋਇਆ, ਇਹਨਾਂ ਨੂੰ ਵੀ ਸਵਾ ਸਵਾ ਤੋਲਾ ਸੋਨਾ ਲੱਗਾ। ਇੱਕੋ ਹੀ ਤਰ੍ਹਾਂ ਦੇ ਤੀਰ ਜਿਹੜੇ ਵੇਖੇ ਵੀ ਐ ਬਰਾਬਰ ਹਨ। ਕੰਚਨ ਲਿਪਤ ਮਿਲੇ ਸਮ ਜਬੈ, ਸੋਨੇ ਨਾਲ ਲਿਪਤ ਬਰਾਬਰ ਤੀਰ ਮਿਲ ਗਏ। ਤੇ ਬਹਾਦਰ ਸ਼ਾਹ ਹਿਰਦੇ ਵਿੱਚ ਆਨੰਦਿਤ ਹੋ ਗਿਆ ਤੇ ਫਿਰ ਨਮਸਕਾਰਾਂ ਕਰਨ ਲੱਗਾ ਕਲਗੀਧਰ ਪਾਤਸ਼ਾਹੀ ਨੂੰ ਕਿ ਧੰਨੋ ਮਹਾਰਾਜ ਤੁਸੀਂ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਕਲਗੀਧਰ ਪਾਤਸ਼ਾਹ ਜੀ। ਤੋ ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਹੀ ਮਹਿਮਾ ਹੈ। ਫਿਰ ਕਿਵੇਂ ਇਹਨੇ ਬੇਨਤੀਆਂ ਕੀਤੀਆਂ ਵੀ ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ, ਗੁਣਾਂ ਦੇ ਖਜ਼ਾਨੇ ਹੋ, ਸੰਸਾਰ ਵਿੱਚ ਆਪ ਜੀ ਵਰਗਾ ਕੋਈ ਨਹੀਂ ਹੈ। ਮਹਾਰਾਜ ਇਹ ਮਹਾਨ ਆਪ ਜੀ ਦੀ ਮਹਿਮਾ ਹੈ, ਤੁਸੀਂ ਕਿਰਪਾ ਕਰਕੇ ਮੈਨੂੰ ਇਹ ਰਾਜ ਭਾਗ ਬਖਸ਼ਿਸ਼ ਕੀਤਾ ਹੈ। ਤੋ ਐਸੇ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਸਾਹਿਬ ਜੀ ਕੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਸਤਿਗੁਰੂ ਜੀ, ਗੁਰੂ ਸਰੂਪ ਸੰਗਤ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰੇ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।